ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦਿਆਂ ਟੋਟ ਨ ਆਵਈ ਅਗਣਤ ਭਰੇ ਭੰਡਾਰ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਊਹਾਂ ਸਚ ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਕੀ ਬਾਰ ਮਹੱਲਾ ਚੌਥਾ। ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਖੋਜ ਖੋਜੇਂਦਿਆਂ ਸੋ ਪ੍ਰਭ ਲੱਦਾ ਲੋੜ। ਬਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਮੈਂ ਮਨ ਤਨ ਖੋਜ ਖੋਜੇਂਦਿਆ ਸੋ ਪ੍ਰਭ ਲੱਦਾ ਲੋੜ। ਬਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਨਹੀ ਬਹੁ ਰੋਲ ਕਚੋਲਾ। ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ। ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ। ਤੂੰ ਕਰਤਾ ਸਭ ਕਿਸ ਜਾਣਦਾ ਜੋ ਜੀਆਂ ਅੰਦਰ ਵਰਤੈ। ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ। ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ। ਤੂੰ ਘਟ ਘਟ ਇੱਕ ਵਰਤਦਾ ਸੱਚ ਸਾਹਿਬ ਚਲਤੈ। ਸਤਿਗੁਰ ਨੋ ਮਿਲੈ ਸੋ ਹਰ ਮਿਲੇ ਨਾਹੀ ਕਿਸੈ ਪਰਤੈ। ਸਤਿਗੁਰ ਨੋ ਮਿਲੈ ਸੋ ਹਰ ਮਿਲੈ ਨਾਹੀ ਕਿਸੈ ਪਰਤੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ।
ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨੁੱਖਾ ਜਨਮ ਨੂੰ ਸਫਲਾ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਉਸ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਦੱਸਦੇ ਹਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਮੈਂ ਮਨ ਤਨ ਖੋਜ ਖੋਜੇਂਦਿਆਂ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਅਸੀਂ ਆਪਣੇ ਹਿਰਦੇ ਵਿੱਚ, ਮਨ ਦੇ ਵਿੱਚ ਖੋਜ ਕੀਤੀ ਹੈ ਤੇ ਤਾਨ ਖੋਜੇਂਦਿਆਂ, ਤਾਨ ਸਰੀਰ ਵਿੱਚੋਂ ਖੋਜ ਕਰਦਿਆਂ ਅਸੀਂ ਇਸ ਤਨ, ਇਸ ਸਰੀਰ ਦੇ ਵਿੱਚ, ਮਨ ਦੇ ਵਿੱਚ ਅੰਤਸਕਰਨ ਹਿਰਦੇ ਦੁਆਰਾ ਉਸ ਪ੍ਰਭੂ ਦੇ ਰਸਤੇ ਨੂੰ ਖੋਜਿਆ ਹੈ, ਲੱਭਿਆ ਹੈ ਕਿ ਕਿਹੜੇ ਰਸਤੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਪ੍ਰਭੂ ਨੂੰ ਮਿਲੀਂਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ ਕਿ ਮੈਂ ਮਨ ਤਨ ਖੋਜ ਖੋਜੇਂਦਿਆਂ ਸੋ ਪ੍ਰਭ ਲੱਧਾ ਲੋੜ। ਹੇ ਮਹਾਰਾਜ, ਅਸੀਂ ਆਪਣੇ ਹਿਰਦੇ ਦੇ ਵਿੱਚ ਭਾਲ ਕੀਤੀ ਹੈ ਤੇ ਸਰੀਰ ਵਿੱਚੋਂ ਖੋਜ ਕਰਦਿਆਂ ਅਸੀਂ ਇਸ ਸਰੀਰ ਦੇ ਵਿੱਚ ਹਿਰਦੇ ਦੁਆਰਾ ਉਸ ਪ੍ਰਭੂ ਦੇ ਰਸਤੇ ਨੂੰ ਲੱਭਿਆ ਹੈ। ਸੋ ਪ੍ਰਭ ਲੱਧਾ ਲੋੜ, ਜਿਸ ਨੂੰ ਚਾਹੁੰਦੇ ਸੀ ਉਹ ਪ੍ਰਭੂ ਪਰਮੇਸ਼ਰ ਗੁਰਾਂ ਦੁਆਰਾ ਲੱਭ ਲਿਆ ਹੈ। ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ ਕਿ ਜੇ ਪਰਮੇਸ਼ਰ ਨੂੰ ਲੱਭਣਾ ਹੈ ਤਾਂ ਹਿਰਦੇ ਦੇ ਵਿੱਚ ਹੀ ਹੈ, ਹਿਰਦੇ ਦੇ ਵਿੱਚ ਹੀ ਖੋਜਣਾ ਕਰੋ। ਇਸ ਸਰੀਰ ਦੇ ਵਿੱਚ ਹੀ ਪ੍ਰਭੂ ਪਰਮੇਸ਼ਰ ਵਸ ਰਿਹਾ ਹੈ ਕਿ ਮਨ ਦੁਆਰਾ, ਅੰਤਸਕਰਨ ਦੁਆਰਾ, ਹਿਰਦੇ ਦੁਆਰਾ ਉਸ ਪ੍ਰਭੂ ਦੇ ਰਸਤੇ ਨੂੰ ਲੱਭਿਆ ਹੈ। ਜਿਸ ਨੂੰ ਚਾਹੁੰਦੇ ਸੀ ਪਰਮੇਸ਼ਰ ਨੂੰ ਉਹ ਪ੍ਰਭੂ ਅਸੀਂ ਗੁਰਾਂ ਦੁਆਰਾ ਲੱਧਾ ਲੱਭ ਲਿਆ ਹੈ। ਬਿਸ਼ਟ ਗੁਰੂ ਮੈਂ ਪਾਇਆ, ਬਿਸ਼ਟ ਕਿਹਾ ਵਿਚੋਲੇ ਨੂੰ, ਕਿ ਵਿਚੋਲਗੀ ਕਰਨ ਵਾਲੇ ਗੁਰੂ ਸਾਹਿਬ ਨੇ, ਗੁਰੂ ਸਾਹਿਬ ਜੀ ਨੂੰ ਅਸੀਂ ਪਾਉਣਾ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਜੋ ਵਿਚੋਲਗੀ ਕਰਨ ਵਾਲੇ ਸਤਿਗੁਰੂ ਜੀ ਹਨ, ਅਸੀਂ ਉਹਨਾਂ ਨੂੰ ਪਾਉਣਾ ਕੀਤਾ ਹੈ। ਹਰ ਨਾਮੋ ਮੰਤਰ ਦਰਨਾਏ ਕੱਟੇ ਹਉਮੈ ਰੋਗ, ਕਿ ਜਿਹੜਾ ਗੁਰੂ ਹਰੀ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾਉਂਦਾ ਹੈ ਤੇ ਰੋਗ ਕੱਟ ਦਿੰਦਾ ਹੈ। ਹਰ ਦਰਗਹਿ ਕਾ ਬਸੀਠ ਵਿਚੋਲਾ, ਜੋ ਪਰਮਾਤਮਾ ਦੇ ਨਾਲ ਦਰਗਾਹ ਦੇ ਵਿੱਚ ਪਰਮਾਤਮਾ ਨੂੰ ਮਿਲਾਉਣ ਵਾਲਾ, ਵਿਚੋਲਗੀ ਕਰਨ ਵਾਲਾ ਸਤਿਗੁਰੂ ਜੀ ਹਨ, ਉਹਨਾਂ ਨੂੰ ਅਸੀਂ ਪਾਉਣਾ ਕੀਤਾ ਹੈ, ਲੱਭਣਾ ਕੀਤਾ ਹੈ। ਜਿਨ ਹਰ ਪ੍ਰਭ ਦਿੱਤਾ ਜੋੜ, ਜਿਸ ਗੁਰੂ ਨੇ ਹਰੀ ਪਰਮੇਸ਼ਰ ਦੇ ਨਾਲ ਸਾਡੇ ਮਨ ਦੀ ਬਿਰਤੀ ਜੋੜਨਾ ਕੀਤੀ ਹੈ, ਲਾਉਣਾ ਕੀਤੀ ਹੈ। ਮਹਾਰਾਜ ਜੀ ਕਹਿਣ ਲੱਗੇ, ਉਸ ਗੁਰੂ ਨੂੰ ਅਸੀਂ ਲੱਭ ਲਿਆ ਹੈ, ਪਰਮੇਸ਼ਰ ਦੁਆਰਾ ਲੱਭ ਲਿਆ ਹੈ, ਪਰਮੇਸ਼ਰ ਨੂੰ ਗੁਰੂ ਦੁਆਰਾ ਲੱਭ ਲਿਆ ਹੈ। ਕਿਉਂਕਿ ਪਰਮੇਸ਼ਰ ਨੇ ਕਿਰਪਾ ਕੀਤੀ ਤਾਂ ਗੁਰੂ ਦਾ ਮੇਲ ਹੋਇਆ, ਗੁਰੂ ਨੇ ਕਿਰਪਾ ਕੀਤੀ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋਈ। ਮਹਾਰਾਜ ਜੀ ਅੱਗੇ ਤੀਸਰੇ ਪਾਤਸ਼ਾਹ ਜੀ ਦਾ ਸ਼ਬਦ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ, ਮਾਇਆ ਧਾਰੀ ਅਤ ਅੰਨਾ ਬੋਲਾ, ਕਿ ਜਿਹੜਾ ਮਾਇਆ ਦੇ ਧਾਰਨ ਕਰਨ ਵਾਲਾ ਹੰਕਾਰੀ ਪੁਰਸ਼ ਹੈ ਉਹ ਅਤਿਅੰਤ ਹੀ ਅੰਨਾ, ਨੇਤਰਹੀਣਾ ਹੁੰਦਾ ਹੈ। ਭਾਵ ਵੇਖ ਕਰਕੇ ਅੱਖੀਂ ਘੱਟਾ ਪਾ ਛੱਡਦਾ ਹੈ, ਕਿਸੇ ਨਾਲ ਨਿਆਂ ਨਹੀਂ ਕਰਦਾ ਅਤੇ ਅਤਿਅੰਤ ਹੀ ਬੋਲਾ, ਬਹਿਰਾ,
ਭਾਵ ਕਿਸੇ ਗਰੀਬ ਦੀ ਫਰਿਆਦ ਸੁਣਨ ਲਈ ਬੋਲਾ ਹੋ ਜਾਂਦਾ ਹੈ, ਕੰਨ ਹੀ ਬੰਦ ਕਰ ਲੈਂਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਕਿ ਮਾਇਆ ਧਾਰੀ ਦੌਲਤਮੰਦ ਜਿਸ ਨੇ ਅਗਿਆਨ ਦੁਆਰਾ ਧਨ ਸੰਪਤਾ ਆਪਣੀ ਮੰਨੀ ਹੈ। ਜੇ ਗਿਆਨ ਹੋਵੇ ਤਾਂ ਸਮਝੇ ਕਿ ਉਸ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਹੈ, ਪਰ ਗਿਆਨ ਤੋਂ ਹੀਣਾ ਹੋਣ ਕਰਕੇ ਇਸ ਸੰਪਤੀ ਨੂੰ ਆਪ ਦੀ ਮੰਨੀ ਬੈਠਾ ਹੈ ਕਿ ਮੇਰੀ ਹੈ ਇਹ, ਪਰ ਇਸ ਦੇ ਨਾਲ ਜਾਣ ਵਾਲੀ ਨਹੀਂ। ਕਿ ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਕਿ ਮਾਇਆ ਧਾਰੀ ਦੌਲਤਮੰਦ ਜਿਸ ਨੇ ਅਗਿਆਨ ਦੁਆਰਾ ਧਨ ਸੰਪਤਾ ਆਪਣੀ ਮੰਨੀ ਹੈ, ਉਹ ਪੁਰਸ਼ ਵਿਵੇਕ ਬੈਰਾਗ ਰੂਪੀ ਨੇਤਰਾਂ ਤੋਂ ਹੀਣਾ ਹੋਰ ਕਰਕੇ ਅੰਨਾ ਹੈ, ਅਤੇ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਹੀਣਾ ਹੋਣ ਕਰਕੇ ਬੋਲਾ ਹੈ। ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ, ਕਿ ਉਹ ਦੌਲਤਮੰਦ ਪੁਰਸ਼ ਮਾਇਆ ਧਾਰੀ ਪੁਰਸ਼ ਜਾਂ ਤਾਂ ਸੰਗਤ ਵਿੱਚ ਜਾਂਦਾ ਨਹੀਂ, ਜੇਕਰ ਚਲਿਆ ਜਾਵੇ ਤਾਂ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਦਾ ਨਹੀਂ। ਸ਼ਬਦ ਨਾ ਸੁਣਹੀ ਬਹੁ ਰੋਲ ਘਚੋਲਾ, ਕਿ ਜਿਹੜਾ ਮਾਇਆ ਧਾਰੀ ਦੌਲਤਮੰਦ ਪੁਰਸ਼ ਹੈ ਜਾਂ ਤਾਂ ਸੰਗਤ ਵਿੱਚ ਜਾਂਦਾ ਹੀ ਨਹੀਂ, ਜੇਕਰ ਚਲਿਆ ਜਾਵੇ ਤਾਂ ਸਤਿਗੁਰਾਂ ਦੇ ਸ਼ਬਦ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਦਾ ਹੀ ਨਹੀਂ। ਸਗੋਂ ਬਹੁ ਰੋਲ ਘਚੋਲਾ, ਸਗੋਂ ਆਪਣਾ ਹੀ ਰੌਲਾ ਸ਼ੋਰ ਪਾਉਂਦਾ ਰਹਿੰਦਾ ਹੈ, ਭਾਵ ਸ਼ੋਰ ਸ਼ਰਾਬਾ ਕਰਦਾ ਰਹਿੰਦਾ ਹੈ। ਰੋਲ ਘਚੋਲਾ, ਰੌਲਾ ਮਚਾ ਕੇ ਬਹੁਤ ਸਾਰਾ ਪ੍ਰਸੰਗ ਨੂੰ ਗਦਹਾ ਕਰ ਦਿੰਦਾ ਹੈ, ਕਿ ਮੁੜ ਕੇ ਦੇਹੀ ਸਰੀਰ ਨੂੰ ਟੇਢੀਆਂ ਟੇਢੀਆਂ ਜੂਨਾਂ ਵਿੱਚ ਲੰਘਣਾ ਪੈਂਦਾ ਹੈ, ਕਿ ਜਦੋਂ ਗੁਰੂ ਦਾ ਸ਼ਬਦ ਨਹੀਂ ਸੁਣਦਾ ਤੇ ਸੰਗਤ ਦੇ ਵਿੱਚ ਜਾਂਦਾ ਨਹੀਂ। ਸੰਗਤ ਦੇ ਵਿੱਚੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਿੱਥੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਹੁੰਦੀ ਹੈ, ਉੱਥੇ ਹੀ ਪਰਮੇਸ਼ਰ ਦਾ ਨਾਮ ਕਰਨ ਦੇ ਵਿੱਚ ਮਨ ਜੁੜਦਾ ਹੈ। ਅੱਗੇ ਮਹਾਰਾਜ ਜੀ ਤੀਜੇ ਪਾਤਸ਼ਾਹ ਸਮਝਾ ਰਹੇ ਹਨ, ਗੁਰਮੁਖ ਜਾਪੈ ਸ਼ਬਦ ਲਿਵ ਲਾਏ। ਗੁਰਮੁਖ ਜਨਾਂ ਨੇ ਸਤਿਗੁਰਾਂ ਦੇ ਉਪਦੇਸ਼ ਵਿੱਚ ਸ਼ਬਦ ਵਿੱਚ ਬਿਰਤੀ ਲਗਾ ਕੇ ਪਰਮੇਸ਼ਰ ਨੂੰ ਜਾਣ ਲਿਆ ਹੈ, ਕਿ ਏਕੋ ਹੈ ਭਾਈ ਏਕੋ ਹੈ, ਸਤਿਗੁਰ ਮੇਰਾ ਏਕੋ ਹੈ। ਉਹਨਾਂ ਗੁਰਮੁਖਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸਮਝ ਲਿਆ ਹੈ, ਬਿਰਤੀ ਜੋੜ ਕੇ ਪਰਮੇਸ਼ਰ ਨੂੰ ਜਾਣ ਲਿਆ ਹੈ, ਕਿ ਪਰਮੇਸ਼ਰ ਇੱਕ ਅਕਾਲ ਪੁਰਖ ਵਾਹਿਗੁਰੂ ਉਹ ਇੱਕੋ ਹੀ ਹੈ, ਸਾਰਿਆਂ ਜੀਵਾਂ ਦਾ ਦਾਤਾ ਹੈ, ਸਭ ਨੂੰ ਦੇਣ ਵਾਲਾ ਹੈ। ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ। ਜਿਹੜੇ ਗੁਰਮੁਖ ਹਰੀ ਦੇ ਨਾਮ ਨੂੰ ਸ਼ਰਾਵਣ ਕਰਕੇ ਫਿਰ ਮੰਨਦੇ ਹਨ, ਭਾਵ ਮੰਨਣ ਕਰਦੇ ਹਨ, ਨਾਮ ਨੂੰ ਸੁਣਦੇ ਹਨ, ਸੁਣ ਕੇ ਮੰਨਣ ਕਰਦੇ ਹਨ। ਹਰ ਨਾਮ ਸਮਾਏ, ਉਹ ਹਰੀ ਦੇ ਨਾਮ ਵਿੱਚ ਹੀ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਨਾਮ ਜਪਣ ਵਾਲੇ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਜਾਂਦੇ ਹਨ। ਫਿਰ ਜੋ ਤਿਸ ਭਾਵੈ ਸੋ ਕਰੇ ਕਰਾਇਆ। ਨਾਮ ਜਪਣ ਵਾਲੇ ਜਿਹੜੇ ਪਰਮੇਸ਼ਰ ਦੇ ਵਿੱਚ ਇੱਕ ਮਿਕ ਹੋ ਜਾਂਦੇ ਹਨ, ਉਹ ਜਾਣਦੇ ਹਨ ਕਿ ਜਿਹੜਾ ਕੁਝ ਵੀ ਉਸ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਹੀ ਪਿੱਛੇ ਹੁੰਦਾ ਸੀ, ਉਹ ਹੀ ਹੁਣ ਕਰਦਾ ਹੈ। ਅਤੇ ਉਹ ਅਕਾਲ ਪੁਰਖ ਅਗਾਂਹ ਨੂੰ ਵੀ ਜੋ ਚਾਹੇਗਾ ਉਹ ਕਰਵਾਵੇਗਾ, ਕਰੇਗਾ। ਨਾਨਕ ਵਜਦਾ ਜੰਤ ਵਜਾਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ, ਜਿਸ ਪ੍ਰਕਾਰ ਜੰਤ ਬਾਜਾ ਵਜਾਇਆ ਹੋਇਆ ਵੱਜਦਾ ਹੈ, ਜੋ ਹਾਰਮੋਨੀਅਮ ਹੁੰਦਾ ਹੈ, ਜਿਵੇਂ ਇਹ ਬਾਜਾ ਵਜਾਇਆ ਹੋਇਆ ਵੱਜਦਾ ਹੈ, ਤਿਵੇਂ ਹੀ ਜੀਵ ਰੂਪੀ ਵਾਜਾ ਈਸ਼ਰ ਦੀ ਸੱਤਾ ਦੁਆਰਾ, ਪਰਮੇਸ਼ਰ ਦੀ ਸੱਤਾ ਦੁਆਰਾ ਜਿਹੋ ਜਿਹਾ ਕਿਸੇ ਦਾ ਸੁਭਾਅ ਹੈ, ਉਹ ਜਿਹਾ ਹੀ ਇਹ ਵਜਾਇਆ ਹੋਇਆ ਵੱਜਦਾ ਹੈ। ਜੀਵ ਦਾ ਜਿਹੜਾ ਸਰੀਰ ਰੂਪੀ ਵਾਜਾ ਹੈ,
ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ। 314 ਅੰਕ ਤੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ। ਪੌੜੀ, ਤੂੰ ਕਰਤਾ ਸਭ ਕਿਸ ਜਾਣਦਾ, ਹੇ ਪਰਮੇਸ਼ਰ ਤੂੰ ਸਾਰੇ ਸੰਸਾਰ ਨੂੰ ਕਰਤਾ ਪੈਦਾ ਕਰਨ ਵਾਲਾ ਹੈ ਅਤੇ ਸਭ ਕਿਸ ਜਾਣਦਾ, ਅਤੇ ਤੂੰ ਉਹ ਸਾਰਾ ਕੁਝ ਜਾਣਨ ਵਾਲਾ ਹੈ। ਜੋ ਜੀਆਂ ਅੰਦਰ ਵਰਤੈ, ਜਿਹੜਾ ਕੁਝ ਜੀਵਾਂ ਦੇ ਅੰਦਰ, ਜੀਵਾਂ ਦੇ ਹਿਰਦੇ ਵਿੱਚ ਵਰਤਦਾ ਹੈ, ਸਾਰੇ ਨੂੰ ਪਰਮੇਸ਼ਰ ਤੂੰ ਆਪ ਹੀ ਜਾਣਦਾ ਹੈ, ਕਿਉਂਕਿ ਤੂੰ ਸਾਰੇ ਸੰਸਾਰ ਦਾ ਕਰਤਾ ਪੈਦਾ ਕਰਨ ਵਾਲਾ ਹੈ। ਤੂੰ ਉਹ ਸਾਰਾ ਕੁਝ ਜਾਣਦਾ ਹੈ, ਜਾਣਨ ਵਾਲਾ ਹੈ, ਜਿਹੜਾ ਕੁਝ ਜੀਵਾਂ ਦੇ ਹਿਰਦੇ ਵਿੱਚ ਵਰਤਦਾ ਹੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਹੇ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਅਗਣਤ ਗਿਣਤੀ ਤੋਂ ਰਹਿਤ ਹੈ, ਹੋਰ ਸਾਰਾ ਜਗਤ ਤੇਰੀ ਗਿਣਤੀ ਦੇ ਵਿੱਚ ਰੱਖਿਆ ਹੋਇਆ ਹੈ। ਤੈਂ ਆਪਣੀ ਗਿਣਤੀ ਦੇ ਵਿੱਚ ਰੱਖਿਆ ਹੋਇਆ ਹੈ, ਨਿਗਾਹ ਵਿੱਚ ਰੱਖਿਆ ਹੋਇਆ ਹੈ। ਆਪ ਅਲੇਖ ਕੁਦਰਤ ਕਰ ਵੇਖੈ, ਹੁਕਮ ਚਲਾਏ ਸੋਈ ਜੀਓ। ਆਪ ਲੇਖੇ ਤੋਂ ਬਾਹਰ ਹੋ ਤੇ ਤੇਰੇ ਹੁਕਮ ਵਿੱਚ ਸਾਰਾ ਕੁਝ ਚੱਲ ਰਿਹਾ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ। ਇਹ ਸਾਰਾ ਵਰਤਾਰਾ ਹੇ ਪਰਮੇਸ਼ਰ ਤੇਰਾ ਕੀਤਾ ਹੋਇਆ ਵਰਤਦਾ ਹੈ। ਜਿਵੇਂ ਤੂੰ ਵਰਤਾ ਰਿਹਾ ਹੈ, ਉਸੇ ਲੋਟ ਹੀ ਇਹ ਜਿਹੜਾ ਵਰਤਾਰਾ ਹੈ ਸਾਰਾ ਵਰਤ ਰਿਹਾ ਹੈ। ਸਭ ਤੇਰੀ ਬਣਤ ਹੈ, ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਬਣਤ ਹੈ, ਬਣਾਵਟ ਹੈ, ਤੇਰੀ ਹੀ ਬਣਾਈ ਹੋਈ ਹੈ। ਤੂੰ ਘਟ ਘਟ ਇੱਕ ਵਰਤਦਾ, ਸੱਚ ਸਾਹਿਬ ਚਲਤੈ। ਹੇ ਅਦਵੈਤ ਸਰੂਪ ਪਰਮੇਸ਼ਰ, ਤੂੰ ਘਟਾਂ ਘਟਾਂ ਵਿੱਚ ਸਰੀਰਾਂ ਸਰੀਰਾਂ ਵਿੱਚ ਵਰਤ ਰਿਹਾ ਹੈ। ਸੱਚ ਸਾਹਿਬ ਚਲਤੈ, ਹੇ ਸੱਚੇ ਸਾਹਿਬ ਮਾਲਕਾ, ਇਹ ਸਾਰੇ ਤੇਰੇ ਹੀ ਚਲਤੈ ਕੌਤਕ ਹਨ ਕਿ ਤੂੰ ਇੱਕ ਪਰਮੇਸ਼ਰ ਹੈ। ਤੂੰ ਘਟਾਂ ਘਟਾਂ ਵਿੱਚ ਸਰੀਰਾਂ ਸਰੀਰਾਂ ਵਿੱਚ ਵਰਤ ਰਿਹਾ ਹੈ। ਸਤਿਗੁਰ ਨੋ ਮਿਲੈ ਸੋ ਹਰ ਮਿਲੇ, ਨਾਹੀ ਕਿਸੈ ਪਰਤੈ। ਜਿਹੜੇ ਪੁਰਸ਼ ਗੁਰੂ ਸਾਹਿਬ ਜੀ ਨੂੰ ਮਿਲੇ ਹਨ, ਉਹ ਪਰਮੇਸ਼ਰ ਦੇ ਨਾਲ ਮਿਲ ਗਏ ਹਨ। ਪਹਿਲਾਂ ਗੁਰੂ ਨੂੰ ਮਿਲਣਾ ਜ਼ਰੂਰੀ ਹੈ, ਕਿਉਂ? ਹਰ ਦਰਗਹਿ ਕਾ ਬਸੀਠ, ਕਿ ਹਰੀ ਪਰਮੇਸ਼ਰ ਨੂੰ ਮਿਲਾਉਣ ਵਾਲਾ ਵਿਚੋਲਾ ਹੈ। ਇਸ ਕਰਕੇ ਸਿੱਧਾ ਨਹੀਂ ਮਿਲਿਆ ਜਾਂਦਾ, ਸਤਿਗੁਰ ਨੂੰ ਮਿਲੈ। ਜਿਹੜੇ ਪੁਰਸ਼ ਗੁਰੂ ਸਾਹਿਬ ਜੀ ਨੂੰ ਮਿਲੇ ਹਨ, ਸੋ ਹਰ ਮਿਲੈ, ਉਹ ਪਰਮੇਸ਼ਰ ਦੇ ਨਾਲ ਮਿਲ ਗਏ ਹਨ। ਨਾ ਹੀ ਕਿਸੇ ਪਰਤੈ, ਉਹ ਦੁਆਰਾ ਕਿਸੇ ਪਰਤੈ ਦੂਸਰੇ ਦੁਆਰਾ ਨਹੀਂ ਮਿਲੇ। ਉਹ ਕਿਸੇ ਦੁਆਰਾ ਮੋੜੇ ਹੋਏ ਨਹੀਂ ਮੁੜਦੇ, ਉਹ ਉਲਟ ਕੇ ਦੁਆਰਾ ਕਿਸੇ ਦੇਵੀ ਦੇਵਤੇ ਆਦਿ ਦੇ ਨਹੀਂ ਬਣਦੇ। ਜਿਹੜੇ ਗੁਰੂ ਦੇ ਬਣ ਕੇ ਪਰਮੇਸ਼ਰ ਨਾਲ ਮਿਲ ਜਾਂਦੇ ਹਨ, ਉਹ ਜੂਨਾ ਆਦਿਕ ਦੇ ਵਿੱਚ ਪਰਤਦੇ ਨਹੀਂ। ਸਲੋਕ ਮਹੱਲਾ ਚੌਥਾ। ਇਹੋ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ। ਕਿਉ ਸਾਸ ਗਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿਤ। ਮਾਰਨ ਜੀਵਨ ਕੀ ਚਿੰਤਾ ਗਈ, ਇਹੋ ਜੀਅੜਾ ਹਰ ਪ੍ਰਭ ਵਸ। ਜਿਉ ਭਾਵੈ ਤਿਉ ਰਖ ਤੂੰ, ਜਨ ਨਾਨਕ ਨਾਮ ਬਗਸ। ਮਹਾਰਾਜ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਪਰਮੇਸ਼ਰ ਵਿੱਚ ਚਿੱਤ ਕਿਸ ਪ੍ਰਕਾਰ ਲੱਗਦਾ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਪਰਮੇਸ਼ਰ ਵਿੱਚ ਚਿੱਤ ਕਿਸ ਪ੍ਰਕਾਰ ਲੱਗਦਾ ਹੈ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸੁੱਖਾਂ ਦੀ ਅਉਧੀ ਉਚਾਰਦੇ ਹੋਏ ਅੰਮ੍ਰਿਤਮਈ ਉਪਦੇਸ਼ ਬਖਸ਼ਦੇ ਹਨ।
महाराज जी कहन लगे एहो मनुआ दृढ़ कर रखी है। हे भाई एहो मनुआ मानदे ताई दृढ़ हुंदा है, पक्की तरह करके गुरु साहिब जी दे उपदेश विच रखना करिए। एहो मनुआ दृढ़ कर रखी है। हे भाई ਇਹ ਮਨੁਆ ਇਹ ਮੰਨਦੇ ਤਾਈ ਪੱਕੀ ਤਰ੍ਹਾਂ ਕਰਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਵਿੱਚ ਰੱਖਣਾ ਕਰੀਏ। ਜਿਵੇਂ ਗੁਰੂ ਦਾ ਉਪਦੇਸ਼ ਕਹਿੰਦਾ ਹੈ, ਉਪਦੇਸ਼ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਉਸੇ ਤਰ੍ਹਾਂ ਹੀ ਉਸ ਉਪਦੇਸ਼ ਨੂੰ ਮੰਨਣਾ ਚਾਹੀਦਾ ਹੈ। ਗੁਰਮੁਖ ਲਾਈਐ ਚਿੱਤ ਕਿ ਗੁਰਮੁਖ ਤਾਈ ਵਾਲਾ ਸੁਭਾਅ ਧਾਰ ਕੇ ਪਰਮੇਸ਼ਰ ਵਿੱਚ ਚਿੱਤ ਨੂੰ ਮਨ ਨੂੰ ਲਾਉਣਾ ਕਰੀਏ। ਕਿਉਂ ਸਾਸ ਗਿਰਾਸ ਵਿਸਾਰੀ ਹੈ ਕਿ ਆਉਂਦੇ ਹੋਏ ਸਾਹ ਵੀ ਅਤੇ ਗਰਾਸ ਅੰਦਰ ਨੂੰ ਜਾਂਦੇ ਹੋਏ ਸਾਸ ਵੀ, ਗਰਾਸ ਗਰਾਹੀ ਖਾਂਦਿਆਂ ਹੋਇਆਂ ਵੀ ਪਰਮੇਸ਼ਰ ਨੂੰ ਮਨ ਵਿੱਚੋਂ ਕਿਸ ਵਾਸਤੇ ਭੁਲਾਈਏ। ਉਸ ਪਰਮੇਸ਼ਰ ਨੂੰ ਬਹਿੰਦਿਆਂ ਉੱਠਦਿਆਂ ਨਿੱਤ ਕਿ ਉਸ ਨੂੰ ਬਹਿੰਦਿਆਂ ਬੈਠਦਿਆਂ ਹੋਇਆਂ ਅਤੇ ਉੱਠਦਿਆਂ ਉੱਠਣ ਲੱਗਿਆਂ ਵੀ ਨਿੱਤਾ ਪ੍ਰਤੀ ਹੀ ਸਿਮਰਨਾ ਕਰੀਏ। ਸਮਾਧੀ ਵਿੱਚ ਬੈਠਦਿਆਂ ਵੀ ਨਿੱਤ ਹੀ ਚਿੱਤ ਨੂੰ ਜੋੜਨਾ ਕਰੀਏ। ਸੰਸਾਰ ਵੱਲੋਂ ਉੱਠਦਿਆਂ ਉਪਰਾਮ ਹੁੰਦਿਆਂ ਵੀ ਨਿੱਤ ਹੀ ਪਰਮੇਸ਼ਰ ਨੂੰ ਆਰਾਧਨਾ ਕਰੀਏ। ਫਿਰ ਮਰਨ ਜੀਵਨ ਕੀ ਚਿੰਤਾ ਗਈ। ਜਦੋਂ ਪਰਮੇਸ਼ਰ ਨੂੰ ਬਹਿੰਦਿਆਂ ਉੱਠਦਿਆਂ ਚਿੱਤ ਦੇ ਵਿੱਚ ਵਸਾ ਲਈਏ। ਇਸ ਪ੍ਰਕਾਰ ਉਹਨਾਂ ਪੁਰਸ਼ਾਂ ਦੀ ਮਰਨ ਅਤੇ ਜੀਵਨ ਜਿਉਣ ਦੀ ਚਿੰਤਾ ਸੋਚ ਦੂਰ ਹੋ ਗਈ ਹੈ। ਇਹੋ ਜੀੜਾ ਹਰ ਪ੍ਰਭ ਵਸ, ਉਹ ਜਾਣਦੇ ਹਨ ਕਿ ਇਹ ਜੀੜਾ ਜੀਵ ਹਰੀ ਪਰਮੇਸ਼ਰ ਦੇ ਵਸ ਹੈ, ਅਧੀਨ ਹੈ। ਕਿ ਜਿਨ੍ਹਾਂ ਨੇ ਇਹ ਜਾਣ ਲਿਆ ਕਿ ਇਹ ਜੀਵ ਪਰਮੇਸ਼ਰ ਦੇ ਵਸ ਹੈ, ਅਧੀਨ ਹੈ, ਉਹਨਾਂ ਪੁਰਸ਼ਾਂ ਦੀ ਮਰਨ ਜੰਮਣ ਦੀ ਜਿਉਣ ਦੀ ਚਿੰਤਾ ਤੇ ਸੋਚ ਦੂਰ ਹੋ ਗਈ ਹੈ। ਜਿਉਂ ਭਾਵੈ ਤਿਉਂ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਸਤਿਗੁਰੂ ਗੁਰੂ ਅਮਰਦਾਸ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਚੌਥੇ ਪਾਤਸ਼ਾਹ, ਜਿਉਂ ਭਾਵੈ ਕਿ ਹੇ ਪਰਮੇਸ਼ਰ ਜਿਉਂ ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਉਂ ਰੱਖ ਤੂੰ, ਤਿਵੇਂ ਹੀ ਤੂੰ ਸਾਨੂੰ ਰੱਖਣਾ ਕਰ ਅਤੇ ਸਾਨੂੰ ਜਨਾਂ ਨੂੰ, ਸਾਨੂੰ ਸੇਵਕਾਂ ਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰ, ਜੋ ਕਿ ਬਖਸ਼ਿਸ਼ ਹੋਣ ਕਰਕੇ ਤੇਰੇ ਨਾਲ ਇੱਕ ਮਿੱਕ ਹੋ ਜਾਈਏ। ਅੰਦਰ ਪ੍ਰੇਮ ਬਖਸ਼ਣਾ ਕਰੋ ਕਿ ਨਾਮ ਦੀ ਦਾਤ ਬਖਸ਼ਣਾ ਕਰੋ, ਜਿਸ ਕਰਕੇ ਤੇਰੇ ਨਾਲ ਇੱਕ ਮਿੱਕ ਹੋ ਜਾਈਏ, ਲੀਨ ਹੋ ਜਾਈਏ। ਮਹੱਲਾ ਤੀਜਾ। ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੈ ਖਿਨ ਪੀਛੈ, ਸਦਾ ਬੁਲਾਈਐ ਮਹਿਲ ਨਾ ਆਵੈ, ਕਿਉ ਕਰ ਦਰਗਹਿ ਸੀਜੈ। ਸਤਿਗੁਰ ਕਾ ਮਹਿਲ ਬਿਰਲਾ ਜਾਣੈ, ਸਦਾ ਰਹਿ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਤੀਜੇ ਪਾਤਸ਼ਾਹ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨਮੁਖ ਹੰਕਾਰੀ ਮਹਿਲ ਨਾ ਜਾਣੈ ਕਿ ਸਾਖਤ ਪੁਰਸ਼ ਅਹੰਕਾਰੀ, ਹੰਕਾਰ ਦੇ ਗ੍ਰਸੇ ਹੋਏ ਹਨ। ਉਹ ਪਰਮੇਸ਼ਰ ਦੇ ਮਹੱਲ, ਪਰਮੇਸ਼ਰ ਦੇ ਸਰੂਪ ਨੂੰ ਨਹੀਂ ਜਾਣਦੇ। ਮਨਮੁਖ ਹੰਕਾਰੀ ਮਹਿਲ ਨਾ ਜਾਣੈ ਕਿ ਸਾਖਤ ਪੁਰਸ਼, ਮਨਮੁਖ ਪੁਰਸ਼ ਹੰਕਾਰੀ, ਹੰਕਾਰ ਦੇ ਗ੍ਰਸੇ ਹੋਏ ਹਨ। ਉਹ ਪਰਮੇਸ਼ਰ ਦੇ ਸਰੂਪ ਨੂੰ ਨਹੀਂ ਜਾਣਦੇ। ਤੁਰਿਆ ਪਦ ਸਾਧ ਸੰਗਤ ਰੂਪੀ ਮਹਿਲ ਨੂੰ ਨਹੀਂ ਜਾਣਦੇ। ਖਿਨ ਆਗੈ ਖਿਨ ਪੀਛੈ, ਖਿਨ ਛੇਨ ਮਾਤਰ ਸਮੇਂ ਵਿੱਚ ਲਾਲਚ ਵਾਸਤੇ ਅੱਗੇ ਹੋ ਜਾਂਦੇ ਹਨ, ਅਤੇ ਜਦੋਂ ਪਰਖ ਦਾ ਸਮਾਂ ਹੁੰਦਾ ਹੈ ਉਦੋਂ ਛਿਨ ਮਾਤਰ ਸਮੇਂ ਵਿੱਚ ਹੀ ਪਿੱਛੇ ਹਟ ਜਾਂਦੇ ਹਨ। ਜਿਹੜੇ ਸਾਖਤ ਪੁਰਸ਼ ਹੰਕਾਰ ਦੇ ਗ੍ਰਸੇ ਹੋਏ ਹਨ, ਉਹ ਪਰਮੇਸ਼ਰ ਦੇ ਸਰੂਪ ਨੂੰ ਨਹੀਂ ਜਾਣਦੇ।
ਖਿਨ ਆਗੈ ਖਿਨ ਪੀਛੈ, ਕਿ ਉਹ ਥੋੜ੍ਹੇ ਸਮੇਂ ਵਿੱਚ ਹੀ ਲਾਲਚ ਵਾਸਤੇ ਅੱਗੇ ਹੋ ਜਾਂਦੇ ਹਨ। ਜਦੋਂ ਪਰਖ ਦਾ ਸਮਾਂ ਹੁੰਦਾ ਹੈ ਉਦੋਂ ਉਹ ਛਿਨ ਮਾਤਰ ਸਮੇਂ ਵਿੱਚ ਹੀ ਪਿੱਛੇ ਹਟ ਜਾਂਦੇ ਹਨ। ਸਦਾ ਬੁਲਾਈਐ ਮਹਿਲ ਨਾ ਪਾਵੈ, ਉਹਨਾਂ ਨੂੰ ਪਰਮੇਸ਼ਰ ਗੁਰੂ ਸਾਹਿਬ ਜੀ ਦੀ ਬਾਣੀ ਦੁਆਰਾ, ਸ਼ਾਸਤਰਾਂ ਦੁਆਰਾ ਹਮੇਸ਼ਾ ਹੀ ਆਪਣੇ ਕੋਲ ਭਾਵ ਸਤ ਸੰਗਤ ਦੇ ਵਿੱਚ ਬੁਲਾਉਂਦੇ ਹਨ, ਪਰੰਤੂ ਉਹ ਫਿਰ ਵੀ ਮਹੱਲ ਵਿੱਚ ਸਤ ਸੰਗਤ ਰੂਪੀ ਤੁਰੀਆ ਪਾਦ ਰੂਪੀ ਮਹੱਲ ਵਿੱਚ, ਸਰੂਪ ਰੂਪੀ ਮਹੱਲ ਵਿੱਚ ਨਹੀਂ ਆਉਂਦੇ। ਫਿਰ ਦੱਸੋ ਕਿ ਕਿਉਂ ਕਰ ਦਰਗਹਿ ਸੀਜੈ, ਫਿਰ ਦੱਸੋ ਕਿਉਂ ਕਰ ਦਰਗਹਿ ਸੀਜੈ, ਉਹ ਕਿਉਂ ਕਿਵੇਂ ਕਰਕੇ ਉਹ ਪਰਮਾਤਮਾ ਦੀ ਦਰਗਹਿ, ਪਰਮਾਤਮਾ ਦੀ ਸਭਾ ਵਿੱਚ ਮੁਕਤ ਹੋਣਗੇ, ਕਿਵੇਂ ਛੁਟਕਾਰਾ ਪਾਉਣਗੇ, ਜਦੋਂ ਉਹ ਸਾਖਤ ਪੁਰਸ਼ ਹੰਕਾਰ ਦੇ ਗ੍ਰਸੇ ਹੋਏ ਸਰੂਪ ਨੂੰ ਨਹੀਂ ਜਾਣਦੇ ਤੇ ਛਿਨ ਮਾਤਰ ਸਮੇਂ ਵਿੱਚ ਲਾਲਚ ਵਾਸਤੇ ਅੱਗੇ ਹੋ ਜਾਂਦੇ ਹਨ, ਤੇ ਜਦੋਂ ਪਰਖ ਦਾ ਸਮਾਂ ਆਉਂਦਾ ਹੈ ਉਦੋਂ ਛਿਨ ਮਾਤਰ ਵਿੱਚ ਪਿੱਛੇ ਹਟ ਜਾਂਦੇ ਹਨ। ਉਹਨਾਂ ਨੂੰ ਪਰਮੇਸ਼ਰ ਗੁਰੂ ਸਾਹਿਬ ਜੀ ਦੀ ਬਾਣੀ ਦੁਆਰਾ, ਸ਼ਾਸਤਰਾਂ ਦੁਆਰਾ ਹਮੇਸ਼ਾ ਹੀ ਆਪਣੇ ਕੋਲ ਭਾਵ ਸਤ ਸੰਗਤ ਵਿੱਚ ਬੁਲਾਉਂਦੇ ਹਨ, ਪਰੰਤੂ ਉਹ ਫਿਰ ਵੀ ਮਹੱਲ ਵਿੱਚ ਸਤ ਸੰਗ ਰੂਪੀ ਤੁਰੀਆ ਪਦ ਵਿੱਚ ਨਹੀਂ ਆਉਂਦੇ। ਫਿਰ ਦੱਸੋ ਕਿਉਂ ਕਰ ਦਰਗਹਿ ਸੀਜੈ, ਕਿਵੇਂ ਕਰਕੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਮੁਕਤ ਹੋਣਗੇ, ਛੁਟਕਾਰਾ ਕਿਵੇਂ ਪਾਉਣਗੇ। ਸਤਿਗੁਰ ਕਾ ਮਹਿਲ ਬਿਰਲਾ ਜਾਣੈ, ਸਦਾ ਰਹਿ ਕਰ ਜੋੜ। ਗੁਰੂ ਸਾਹਿਬ ਜੀ ਦੀ ਸਤਸੰਗ ਰੂਪੀ ਮਹਿਲ ਕੋਈ ਬਿਰਲਾ ਟਾਮਾ ਟਾਮਾ ਹੀ ਜਾਣਦਾ ਹੈ। ਗੁਰੂ ਜੀ ਦਾ ਸਾਰਿਆਂ ਦੇ ਹਿਰਦੇ ਵਿੱਚ ਨਿਵਾਸ ਹੈ। ਇਸ ਤੁਰੀਆ ਪਦ ਰੂਪੀ ਮਹਿਲ ਨੂੰ ਕੋਈ ਬਿਰਲਾ ਹੀ ਜਾਣਦਾ ਹੈ। ਸਦਾ ਰਹਿ ਕਰ ਜੋੜ, ਕਿ ਸਦਾ ਹਮੇਸ਼ਾ ਹੀ ਆਪਣੇ ਹੱਥਾਂ ਨੂੰ, ਮਨ ਬੁੱਧ ਰੂਪੀ ਹੱਥਾਂ ਨੂੰ ਜੋੜ ਕਰਕੇ ਰਹਿੰਦਾ ਹੈ, ਚਿੱਤ ਦੀ ਬਿਰਤੀ ਨੂੰ ਜੋੜ ਕੇ ਰਹਿੰਦਾ ਹੈ। ਕੋਈ ਬਿਰਲਾ ਟਾਮਾ ਹੀ ਹੈ ਜਿਹੜਾ ਪਰਮੇਸ਼ਰ ਦੇ ਨਾਲ ਆਪਣੇ ਮਨ ਦੀ ਬਿਰਤੀ ਜੋੜ ਕੇ ਰੱਖਦਾ ਹੈ। ਕੋਟਨ ਮੈਂ ਕੋ ਨਾਰਾਇਣ ਜੇ ਚੀਤ, ਕੋਈ ਕਰੋੜਾਂ ਦੇ ਵਿੱਚੋਂ ਬਿਰਲਾ ਹੀ ਹੈ ਜਿਸ ਦੇ ਚਿੱਤ ਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ, ਪਰਮੇਸ਼ਰ ਦੇ ਨਾਲ ਪ੍ਰੇਮ ਹੈ, ਪਰਮੇਸ਼ਰ ਦੇ ਨਾਲ ਬਿਰਤੀ ਜੁੜੀ ਹੋਈ ਹੈ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਮਹਾਰਾਜ ਜੀ ਗੁਰੂ ਅਮਰਦਾਸ ਜੀ ਸਮਝਾ ਰਹੇ ਹਨ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਸਾਡਾ ਹਰੀ ਪਰਮੇਸ਼ਰ ਮਹਾਰਾਜ ਜੀ ਕਹਿਣ ਲੱਗੇ, ਜਿਨ੍ਹਾਂ ਉੱਪਰ ਆਪਣੀ ਦਇਆ ਦ੍ਰਿਸ਼ਟੀ ਕਰ ਦਿੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੀ ਬਿਰਤੀ ਨੂੰ ਬ੍ਰਹਮਕਾਰ ਕਰਕੇ ਸੰਸਾਕਾਰ ਵੱਲੋਂ ਬਹੋੜ ਮੋੜ ਲੈਂਦਾ ਹੈ। ਤੁਰੀਆ ਪਦ ਵਿੱਚ ਇਸਤਤ ਕਰਕੇ ਸੰਸਾਰ ਸਮੁੰਦਰ ਤੋਂ ਬਚਾ ਲੈਂਦਾ ਹੈ, ਉਵਾਰ ਲੈਂਦਾ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ, ਜਾਂ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪਕ ਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਬਗਨ ਬੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਪੌੜੀ ਦੇ ਅੰਦਰ ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਸਾ ਸੇਵਾ ਕੀਤੀ ਸਫਲ ਹੈ। ਮਹਾਰਾਜ ਜੀ ਕਹਿਣ ਲੱਗੇ, ਉਸ ਗੁਰਸਿੱਖ ਦੀ ਸੇਵਾ ਕੀਤੀ ਹੋਈ ਫਲਦਾਇਕ ਹੈ, ਸਫਲ ਹੈ। ਜਿਸ ਟਹਿਲ ਵਿੱਚ ਸਤਿਗੁਰੂ ਗੁਰੂ ਸਾਹਿਬ ਜੀ ਦਾ ਮਨ, ਗੁਰੂ ਸਾਹਿਬ ਜੀ ਦਾ ਹਿਰਦਾ ਮੰਨਦਾ ਹੈ,
सा सेवा कीती सफल है। जित सतगुर का मन मन्ने कि उस गुरसिख की सेवा कीती हुई सफल है, फलदायक है। जिस टहल विच गुरु साहब जी का मन, गुरु साहब जी का हिरदा मन जावे कि इस गुरसिख ने बड़ी चंगी सेवा कीती है, ओहो ही कीती हुई सेवा फलदायक है। जा सतगुर का भाना मन्निया, जदों सेवा विच गुरु जी का हिरदा, जदों सेवा विच सतगुरु जी का मन हिरदा मन जाता है, तदों तां पाप कसम्बल भन्ने, तां तदों सब पाप सब गुनाह कसम्बल दोष गुरु जी भन्न दिंदे हन। कसम्बल के कसम कष्ट देण वाले ते मैल रूप पाप गुरु जी नाश कर दिंदे हन। उपदेश जे दिता सतगुरु, सो सुनिया सिੱਖੀ ਕੰਨੇ। गुरु जी ने ਜਿਹੜਾ भी उपदेश गुर दीखिया गुर शब्द देना कीता है, सो सुनिया सिੱਖੀ ਕੰਨੇ। ਉਹ ਸਿੱਖਾਂ ने ਸਰਦਾ ਤੇ विश्वास रूपी ਕੰਨਾਂ ਨਾਲ श्रावण कीता है। जिन सतगुर का भाना मन्निया, जिन्हां ने गुरु साहब जी का भाना हुक्म मनना कीता है, तिन चढ़ी चबगण बन्ने, उन्हां नूं चबगण चार गुणा रंग चढ़ गया है। चबगण चार चौगुणा शुभ ज्ञान दियां सत्त भूमिका विचों पहलियां तीन शुभ इच्छा उन्हां दा रंग चढ़ गया है। महाराज जी ने बड़े ही विस्तार दे नाल समझाउणा कीता है। जिन सतगुर का भाना मन्निया, तिन चढ़ी चबगण बन्ने। जिन्हां ने गुरु साहब जी का भाना हुक्म मनना कीता है, उन्हां नूं चार गुणा रंग चढ़ गया है। यह चाल निराली गुरमुखी, गुर दीखिया सुण मन भिन्ने। यह जिहड़ी गुरमुखी गुरमुखताई वाली चाल मर्यादा रीति बड़ी निराली है। जो गुरमुख बोली है, जो गुरु जी के मुख द्वारा उचारी हुई है, उस दी मर्यादा भी न्यारी है, असंग है। जिन्हां ने सतगुरां तो दीखिया हुंदा, सिੱਖਿਆ नूं श्रवण कीता है, उन्हां दे मन, उन्हां दे हिरदे परमेश्वर दे नाम दे विच भिन्ने भिज गए हन। सलोक महला तीजा। जिन गुर गोपिया अपना, तिस ठौर ना ठाओ। हालत पलत दोवै गए, दर गए नाही ठाओ। ओह वेला हथ ना आवई, फिर सतगुर लगहे पाए। सतगुर की गणतै घुसीऐ, दुखे दुख बिहाए। सतगुर पुरख निर्वैर है, आपे लए जिस लाए। नानक दर्शन तिन्ना विखालियोन, तिन्ना दरगह लए छड़ाए। महाराज जी चौथे पातशाह गुरु रामदास महाराज जी का शब्द है। बड़े ही विस्तार दे नाल गुरु रामदास जी महाराज कथन करते हैं। जिन गुर गोप्या अपना, जिन्हां ने अपने गुरु नूं गोप्या गुप्त कीता है, छुपाया है। भाव जदों उच्ची पदवी प्राप्त हुई तां हंकार दे सहित कहना कि मैं किसी तो सिੱਖਿਆ नहीं लई, आप ही ਜਿਉਂਦਾ ਤਿਉਂ ਹਾਂ, ਸੁਤੇ ही प्राप्त होया है। तिन ठौर ना ठाओ, कि तिस ठौर ना ठाओ, तिस तिन्हां नूं लोक परलोक विच ठहरन दी थां नहीं प्राप्त हुंदी। जिन गुर गोप्या अपना, तिस ठौर ना ठाओ। जिन्हां ने अपने गुरु नूं
ਆਪਣੇ ਗੁਰੂ ਨੂੰ ਗੁਪਤ ਕੀਤਾ ਹੈ, ਛਪਾਇਆ ਹੈ। ਭਾਵ ਜਦੋਂ ਉੱਚੀ ਪਦਵੀ ਪ੍ਰਾਪਤ ਹੋਈ ਤਾਂ ਹੰਕਾਰ ਦੇ ਸਹਿਤ ਕਹਿਣਾ ਕਿ ਮੈਂ ਕਿਸੇ ਤੋਂ ਸਿੱਖਿਆ ਨਹੀਂ ਲਈ, ਕਿਸੇ ਤੋਂ ਸਿੱਖਿਆ ਨਹੀਂ ਹਾਂ, ਆਪ ਹੀ ਸਿੱਖਿਆ ਹਾਂ, ਜਿਉਂਦਾ ਤਿਉਂ ਹਾਂ, ਜਿਵੇਂ ਹਾਂ ਸਿੱਖਿਆ ਸਿਖਾਇਆ ਹਾਂ, ਸੁਤੇ ਹੀ ਪ੍ਰਾਪਤ ਹਾਂ। ਤਿੰਨਾਂ ਨੂੰ ਲੋਕ ਪਰਲੋਕ ਵਿੱਚ ਠਹਿਰਨ ਲਈ ਥਾਂ ਨਹੀਂ ਪ੍ਰਾਪਤ ਹੁੰਦੀ। ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹਨਾਂ ਨੂੰ ਤੁਰਿਆ ਪਦ ਵਿੱਚ ਠਹਿਰਨ ਵਾਸਤੇ ਥਾਂ ਨਹੀਂ ਮਿਲਦੀ, ਸਾਧ ਸੰਗਤ ਵਿੱਚ ਠਹਿਰਨ ਵਾਸਤੇ ਥਾਂ ਨਹੀਂ ਮਿਲਦੀ। ਕਿ ਜਿਵੇਂ ਇੱਕ ਮਦਾਰੀ ਅਤੇ ਜ਼ਿਮੀਂਦਾਰ ਦੀ ਸਾਖੀ ਹੈ। ਇੱਕ ਨਗਰ ਵਿੱਚ ਮਦਾਰੀ ਤਮਾਸ਼ਾ ਕਰ ਰਿਹਾ ਸੀ। ਉਹ ਉੱਪਰ ਵੱਲ ਨੂੰ ਮਦਾਰੀ ਬਰਸਾ ਸੁੱਟ ਕੇ ਦੰਦਾਂ ਨਾਲ ਬੋਚ ਲਿਆ ਕਰੇ। ਇਹ ਕੌਤਕ ਵੇਖ ਕੇ ਲੋਕ ਬੜੇ ਹੈਰਾਨ ਤੇ ਪ੍ਰਸੰਨ ਹੋਏ ਕਿ ਬਰਸਾ ਉੱਪਰ ਵਗਾ ਕੇ ਦੰਦਾਂ ਨਾਲ ਰੋਕ ਲੈਂਦਾ ਹੈ। ਕਹਿੰਦੇ ਕੈਸੀ ਵਿੱਦਿਆ ਸਿੱਖੀ ਹੋਈ ਹੈ ਇਸ ਮਦਾਰੀ ਨੇ, ਜੋ ਦੰਦਾਂ ਵਿੱਚ ਹੀ ਬਰਛੇ ਨੂੰ ਬੋਚ ਲੈਂਦਾ ਹੈ। ਆਪ ਹੀ ਇੱਕ ਪਾਸ ਹੀ ਮਦਾਰੀ ਦੇ ਜ਼ਿਮੀਂਦਾਰ ਖੜਾ ਸੀ। ਉਹ ਮਜ਼ਾਕੀ ਜਿਹੇ ਲਹਿਜੇ ਵਿੱਚ ਕਹਿਣ ਲੱਗਿਆ ਜ਼ਿਮੀਂਦਾਰ ਮਦਾਰੀ ਨੂੰ ਕਿ ਇਹ ਕਿਤਨੀ ਕੁ ਵੱਡੀ ਤੇਰੀ ਕਰਤ ਵਿੱਦਿਆ ਹੈ, ਇਹ ਕੰਮ ਤਾਂ ਮੈਂ ਵੀ ਕਰ ਲੈਂਦਾ ਹਾਂ। ਜ਼ਿਮੀਂਦਾਰ ਕਹਿਣ ਲੱਗਿਆ। ਮਦਾਰੀ ਨੇ ਕਿਹਾ ਕਿ ਚੰਗਾ ਜੀ, ਫਿਰ ਬਰਛਾ ਬੋਚ ਕੇ ਦਿਖਾਓ। ਤਾਂ ਜ਼ਿਮੀਂਦਾਰ ਨੇ ਬਰਛਾ ਫੜ ਕੇ ਉਤਾਂਹ ਵੱਲ ਨੂੰ ਸੁੱਟ ਕੇ ਆਪਣੇ ਦੰਦਾਂ ਨਾਲ ਬੋਚ ਲਿਆ। ਲੋਕ ਵੀ ਬਹੁਤ ਪ੍ਰਸੰਨ ਹੋਏ ਕਿ ਮਦਾਰੀ ਤੋਂ ਵੀ ਵੱਧ ਕਰਤੱਵ ਕਰਨ ਵਾਲਾ ਹੈ, ਬਰਛਾ ਬੋਚ ਲਿਆ ਹੈ। ਤੇ ਮਦਾਰੀ ਕਹਿੰਦਾ ਕਿ ਸ਼ਾਬਾਸ਼ ਤੇਰੇ ਮੁਰਸ਼ਦ ਦੇ, ਸ਼ਾਬਾਸ਼ ਤੇਰੇ ਗੁਰੂ ਦੇ, ਜਿਸ ਨੇ ਤੈਨੂੰ ਇਹ ਗੁਣ ਸਿਖਾਇਆ ਹੈ। ਜ਼ਿਮੀਂਦਾਰ ਕਹਿਣ ਲੱਗਿਆ ਕਿ ਮੇਰਾ ਤਾਂ ਕੋਈ ਗੁਰੂ ਨਹੀਂ ਹੈ, ਮੈਂ ਕਿਸੇ ਤੋਂ ਨਹੀਂ ਸਿੱਖਿਆ। ਮਦਾਰੀ ਨੇ ਕਿਹਾ ਫਿਰ ਜੇ ਤੇਰਾ ਗੁਰੂ ਨਹੀਂ ਕੋਈ, ਫਿਰ ਇਹ ਗੁਣ ਕਿੱਥੋਂ ਸਿੱਖਿਆ ਹੈ? ਕਹਿੰਦਾ ਕਿਸੇ ਤੋਂ ਨਹੀਂ, ਆਪਣੇ ਆਪ ਹੀ ਆਉਂਦਾ ਹੈ ਮੈਨੂੰ। ਮਦਾਰੀ ਨੇ ਕਿਹਾ ਕਿ ਚੰਗਾ, ਫਿਰ ਇੱਕ ਵਾਰੀ ਦੁਬਾਰਾ ਵਰਸੇ ਨੂੰ ਸੁੱਟ ਕੇ ਬੋਚਣਾ ਕਰ। ਜ਼ਿਮੀਂਦਾਰ ਨੇ ਦੁਬਾਰਾ ਉੱਪਰ ਨੂੰ ਸੁੱਟਿਆ ਤਾਂ ਝੂਠ ਬੋਲਣ ਅਤੇ ਪਰਮਾਤਮਾ ਨੂੰ ਨਾ ਭਾਉਣ ਕਰਕੇ ਉਹ ਵਰਸਾ ਇਸ ਕੋਲੋਂ ਬੁਚਿਆ ਨਾ। ਤੇ ਜਦੋਂ ਇਸ ਕੋਲੋਂ ਬੁਚਿਆ ਨਾ ਗਿਆ ਤਾਂ ਨੱਕ ਮੂੰਹ ਸਾਰਾ ਪੜਵਾ ਲਿਆ ਤੇ ਉੱਚੀ ਉੱਚੀ ਰੋਣ ਲੱਗਿਆ। ਮਦਾਰੀ ਨੇ ਫੇਰ ਕਿਹਾ ਕਿ ਹੁਣ ਦੱਸ ਤੇਰਾ ਮੁਰਸ਼ਦ ਕੌਣ ਹੈ? ਕਹਿਣ ਲੱਗਿਆ ਕਿ ਬਾਗਲਾ ਮੱਛੀਆਂ ਨੂੰ ਉੱਪਰ ਸੁੱਟ ਕੇ ਬੋਚਦਾ ਹੁੰਦਾ ਸੀ। ਉਸ ਵੱਲ ਵੇਖ ਕੇ ਮੈਂ ਵੀ ਖੇਤਾਂ ਨੂੰ ਜਾਂਦਾ ਦਾਤੀ ਉੱਪਰ ਨੂੰ ਚਲਾ ਕੇ ਦੰਦਾਂ ਨਾਲ ਫੜ ਲੈਂਦਾ ਸੀ। ਉਸ ਕਸਰਤ ਕਰਕੇ ਹੀ ਮੇਰੇ ਵਿੱਚ ਇਹ ਗੁਣ ਆਇਆ ਸੀ। ਮਦਾਰੀ ਕਹਿੰਦਾ ਫਿਰ ਬਾਗਲਾ ਹੀ ਤੇਰਾ ਗੁਰੂ ਹੋਇਆ, ਪਰ ਤੂੰ ਉਸ ਨੂੰ ਲੁਕੋਇਆ ਕਿਉਂ? ਕਹਿੰਦਾ ਜੇ ਮੈਂ ਦੱਸਦਾ ਹਾਂ ਮੇਰੀ ਸੋਭਾ ਨਹੀਂ ਹੋਣੀ ਸੀ ਕਿ ਬਗਲੇ ਦਾ ਚੇਲਾ ਹੈ। ਸੋ ਜੋ ਆਪਣੇ ਗੁਰੂ ਨੂੰ ਗੁਪਤ ਕਰ ਦਿੰਦੇ ਹਨ ਤੇ ਆਪ ਹੀ ਗੁਰੂ ਬਣ ਕੇ ਬੈਠ ਜਾਂਦੇ ਹਨ, ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਥਾਂ ਨਹੀਂ ਪ੍ਰਾਪਤ ਹੁੰਦੀ। ਗੁਰੂ ਜਦੋਂ ਧਾਰਨ ਕਰ ਲਈਏ ਤਾਂ ਗੁਰੂ ਨੂੰ ਗੁਰੂ ਹੀ ਮੰਨਣਾ ਚਾਹੀਦਾ ਹੈ, ਕਿਉਂਕਿ ਗੁਰੂ ਕਰਤ ਵਿੱਦਿਆ ਦੱਸਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮੇਸ਼ਰ ਦੇ ਨਾਲ ਮਿਲਣ ਦੀ ਜੁਗਤੀ ਦੱਸਦੇ ਹਨ। ਜੋ ਕਿਰਤ ਬਿਰਤ ਕਰਨ ਦੀ ਜੁਗਤੀ ਹਨ, ਉਹ ਸੰਸਾਰੀ ਜੀਵਾਂ ਨੂੰ ਦੱਸਦੇ ਹਨ, ਜਿਨ੍ਹਾਂ ਤੋਂ ਸਿੱਖਿਆ ਮਿਲਦੀ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਹਾਲਤ ਪਲਤ ਦੋਵੇ ਗਏ ਦਰਗਹਿ ਨਾਹੀ ਥਾਓ। ਉਹਨਾਂ ਪੁਰਸ਼ਾਂ ਦਾ ਹਾਲਤ ਇਸ ਲੋਕ ਵਿੱਚ, ਪਲਤ ਪਰਲੋਕ ਦੋਵੇਂ ਹੀ ਨਿਸਫਲ ਚਲੇ ਗਏ। ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ, ਵਾਹਿਗੁਰੂ ਦੀ ਨਿਆਏ, ਵਾਹਿਗੁਰੂ ਦੀ ਸਭਾ ਵਿੱਚ ਥਾਂ ਟਿਕਾਣਾ ਨਹੀਂ ਮਿਲਦਾ। ਦਰਗਹਿ ਨਾਹੀ ਠਾਓ, ਤੇ ਦਰ ਅੰਦਰ ਜੋ ਤੁਰਿਆ ਪਦ ਹੈ ਉਸ ਦੇ ਵਿੱਚ ਵੀ
ਇਸਤਤੀ ਰੂਪ ਥਾਂ ਨਹੀਂ ਮਿਲਦਾ। ਉਹ ਵੇਲਾ ਹੱਥ ਨਾ ਆਵਈ, ਉਹ ਵੇਲਾ ਉਹ ਸਮਾਂ ਹੱਥ ਵਿੱਚ ਨਹੀਂ ਆਉਂਦਾ, ਜਿਹੜਾ ਮੁੜ ਕੇ ਸਤਿਗੁਰੂ ਜੀ ਦੀ ਚਰਨਾਂ ਵਿੱਚ ਲੱਗ ਸਕੇ। ਜਦੋਂ ਕੇਰਾਂ ਗੁਰੂ ਨੂੰ ਟੁੱਟ ਗਿਆ ਕਿ ਉਹ ਵੇਲਾ ਫਿਰ ਉਹ ਸਮਾਂ ਹੱਥ ਨਹੀਂ ਆਉਂਦਾ, ਜਿਹੜਾ ਫਿਰ ਮੁੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਲੱਗ ਸਕੇ। ਸਤਿਗੁਰ ਕੀ ਗਣਤੈ ਘੁੱਸੀ ਹੈ, ਜਿਹੜਾ ਗੁਰੂ ਸਾਹਿਬ ਜੀ ਦੀ ਗਿਣਤੀ ਵਿੱਚੋਂ ਖੁੱਸ ਗਿਆ, ਭੁੱਲ ਗਿਆ, ਭਾਵ ਗੁਰਸਿੱਖੀ ਤੋਂ ਬੇਮੁਖ ਹੋ ਗਿਆ। ਦੁੱਖੇ ਦੁੱਖ ਵਿਹਾਏ, ਉਹਨਾਂ ਦੀ ਦੁੱਖੇ ਦੁੱਖ, ਦੁੱਖ ਹੀ ਦੁੱਖ ਵਿੱਚ ਸਾਰੀ ਉਮਰ ਗੁਜ਼ਰਦੀ ਬਤੀਤ ਹੁੰਦੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ 2 ਪੰਗਤੀਆਂ ਦੇ ਵਿੱਚ ਸਮਝਾਉਣਾ ਕੀਤਾ ਹੈ। ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗਹਿ ਪਾਏ। ਸਤਿਗੁਰ ਕੀ ਗਣਤੈ ਘੁੱਸੀਐ, ਦੁੱਖੇ ਦੁੱਖ ਵਿਹਾਏ। ਉਹ ਵੇਲਾ ਉਹ ਸਮਾਂ ਹੱਥ ਵਿੱਚ ਨਹੀਂ ਆਉਂਦਾ, ਜਿਹੜਾ ਮੁੜ ਕੇ ਗੁਰੂ ਜੀ ਦੀ ਚਰਨਾਂ ਵਿੱਚ ਲੱਗ ਸਕੇ। ਸਤਿਗੁਰ ਕੀ ਗਣਤੈ ਘੁੱਸੀਐ, ਜਿਹੜਾ ਗੁਰੂ ਸਾਹਿਬ ਜੀ ਦੀ ਗਿਣਤੀ ਵਿੱਚੋਂ ਖੁੱਸ ਗਿਆ, ਭੁੱਲ ਗਿਆ, ਭਾਵ ਗੁਰਸਿੱਖੀ ਤੋਂ ਬੇਮੁਖ ਹੋ ਗਿਆ। ਦੁੱਖੇ ਦੁੱਖ ਵਿਹਾਏ, ਉਹਨਾਂ ਨੂੰ ਦੁੱਖ ਹੀ ਦੁੱਖ ਵਿੱਚ ਸਾਰੀ ਉਮਰ ਵਿਹਾਏ ਬਤੀਤ ਹੁੰਦੀ ਹੈ, ਗੁਜ਼ਰਦੀ ਹੈ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲਏ ਜਿਸ ਲਾਏ। ਗੁਰੂ ਸਾਹਿਬ ਜੀ ਤਾਂ ਸਭ ਥਾਵਾਂ 'ਤੇ ਪੂਰਨ ਵਿਆਪਕ ਅਤੇ ਨਿਰਵੈਰ ਵੈਰ ਤੋਂ ਰਹਿਤ ਹਨ। ਜਿਨ੍ਹਾਂ ਨੂੰ ਗੁਰੂ ਆਪ ਕਿਰਪਾ ਕਰਕੇ ਬਖਸ਼ ਲੈਂਦੇ ਹਨ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲਾ ਦਿੰਦੇ ਹਨ, ਉਹਨਾਂ ਦੀ ਬਿਰਤੀ ਨੂੰ ਨਾਮ ਸਿਮਰਨ ਵਿੱਚ ਜੋੜ ਦਿੰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਨਾਨਕ ਦਰਸ਼ਨ ਜਿਨ੍ਹਾਂ ਬਿਖਾਲੇ ਹੋਣ, ਤਿੰਨਾਂ ਦਰਗਹਿ ਲਏ ਛੁਡਾਏ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੇ ਸਰੂਪ ਦਾ ਦਰਸ਼ਨ ਦੀਦਾਰ ਬਿਖਾਲੇ ਹੋਣ ਦਿਖਾਉਣਾ ਕੀਤਾ ਹੈ, ਤਿੰਨਾਂ ਦਰਗਹਿ ਲਏ ਛੁਡਾਏ। ਉਹਨਾਂ ਨੂੰ ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ, ਕਰਤਾਰ ਦੀ ਨਿਆਏ, ਕਰਤਾਰ ਦੀ ਸਭਾ ਵਿੱਚ ਛਡਾ ਲੈਂਦੇ ਹਨ। ਜੈਸਾ ਕਿ ਗੁਰੂ ਨਾਨਕ ਜੇ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਮਹਾਰਾਜ ਜੀ ਨੇ ਸਮਝਾਉਣਾ ਕੀਤਾ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਹਨ ਤੇ ਫਿਰ ਉਹ ਗਰਭਾਸ ਭਾਵ ਪਰਮੇਸ਼ਰ ਦੇ ਨਾਲ ਟੁੱਟੇ ਹੋਏ ਜੁੜਦੇ ਨਹੀਂ, ਤੇ ਉਹ ਜੁੜੇ ਹੋਏ ਟੁੱਟਦੇ ਨਹੀਂ। ਜਿਹੜੇ ਜੁੜ ਜਾਂਦੇ ਹਨ ਪਰਮੇਸ਼ਰ ਦੇ ਨਾਲ, ਉਹਨਾਂ ਨੂੰ ਦਰਗਾਹ ਦੇ ਵਿੱਚ ਫਿਰ ਛਡਾ ਲੈਂਦੇ ਹਨ। ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਹੰਕਾਰੀ, ਅੰਤਰ ਕ੍ਰੋਧ ਜੂਐ ਮਤ ਹਾਰੀ। ਕੂੜ ਕੁਸਤ ਉਹ ਪਾਪ ਕਮਾਵੈ, ਕਿਆ ਉਹ ਸੁਣੈ ਕਿਆ ਆਖ ਸੁਣਾਵੈ। ਅੰਨਾ ਬੋਲਾ ਖੋਏ ਉਜੜ ਪਾਏ, ਮਨਮੁਖ ਅੰਧਾ ਆਵੈ ਜਾਏ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਹੈ। ਮਹਾਰਾਜ ਜੀ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ ਬਾਣੀ ਦੁਆਰਾ, ਮਨਮੁਖ ਅਗਿਆਨ ਦੁਰਮਤ ਹੰਕਾਰੀ, ਕਿ ਮਨਮੁਖ ਦੁਸ਼ਟ ਪੁਰਸ਼ ਦੀ ਅਵਿਦਿਆ ਕਰਕੇ ਖੋਟੀ ਮਤ ਹੈ। ਮਨਮੁਖ ਅਗਿਆਨ ਦੁਰਮਤ ਹੰਕਾਰੀ, ਕਿ ਮਨਮੁਖ ਦੁਸ਼ਟ ਪੁਰਖ ਦੀ ਅਗਿਆਨ ਅਵਿਦਿਆ ਦੇ ਕਰਕੇ ਦੁਰਮਤ ਖੋਟੀ ਮਤ ਹੈ, ਜਿਸ ਕਰਕੇ ਉਹ ਅਹੰਕਾਰੀ ਹੰਕਾਰ ਦੇ ਸਹਿਤ ਰਹਿੰਦਾ ਹੈ। ਮਨਮੁਖ ਪੁਰਸ਼ ਐਸਾ ਅਗਿਆਨ ਵਿੱਚ ਫਸਿਆ ਪਿਆ ਹੈ ਕਿ ਖੋਟੀ ਸਿੱਖਿਆ ਗ੍ਰਹਿਣ ਕਰਕੇ ਹੰਕਾਰੀ ਹੋ ਰਿਹਾ ਹੈ। ਅੰਤਰ ਕ੍ਰੋਧ ਜੂਐ ਮਤ ਹਾਰੀ, ਇਸ ਦੇ ਅੰਦਰ ਬਹੁਤ ਕ੍ਰੋਧ ਗੁੱਸਾ ਹੈ। ਵਿਸ਼ੇ ਰੂਪੀ ਸੰਸਾਰ ਰੂਪੀ ਜੂਏ ਵਿੱਚ ਆਪਣੀ ਅਕਲ ਨੂੰ ਹਾਰ ਗਿਆ ਹੈ। ਅੰਤਰ ਕ੍ਰੋਧ ਜੂਐ ਮਤ ਹਾਰੀ, ਇਸ ਦੇ ਅੰਦਰ
बहुत क्रोध गुस्सा है, विषय रूपी संसार रूपी जूए विच अपनी अकल अपनी मत नूं हार गया है। कूड़ कसत वो पाप कमावै, हर वेले ओह कूड़ झूठ बोलदा है। कुसत खोटा हठ करदा है, खोटे काम दे विच जिद करदा है। कुसत उल्टे काम करदा है अते ओह पार सेजा गवन रूप उपद्र कमाउंदा है। पराइयां सेजां ते उपद्र कमाउंदा है। क्या ओह सुनै क्या आख सुणावै, की ओह मनमुख पुरुष किसे दे बाचना नूं सुन सकदा है, ते की ओह मनमुख पुरुष दूसरे नूं मुख द्वारा कह के सुना सकदा है। जद उस दे पल्ले ही कुछ नहीं, अन्ना बोला खोए उजड़ पाए, कि नेत्रां तो हीणा बोला आदमी भुल करके उजाड़ विच ही पिया रहिंदा है। जो नेत्रां तो हीणा हुंदा है ओह कि उजाड़ां विच जंगलां विच भुल्ले होए करके उजाड़ां दे विच ही पिया रहिंदा है, उसनूं रस्ता नहीं मिलदा। यह मनमुख पुरुष विवेक बैराग रूपी नेत्रां तो हीणा होण करके अन्ना है। सरदा ते विश्वास रूपी कन्ना तो हीणा होण करके बोला है। इस प्रकार खुद उजड़ पाए खोए उजड़ पाए, इस प्रकार खोए हुंदा भुल करके संसार रूपी उजाड़ विच ही अपने आप नूं पाउंदा है। मनमुख अंधा आवे जाए, मनमुख बेमुख पुरख अन्ना अग्यानी पुरुष संसार विच जन्म धार के आउंदा है ते मर के जांदा है। भाव जमदा मरदा रहिंदा है, बिन सतगुर भेटे थाए ना पाए। कि महाराज जी कथन करते हैं, गुरु साहब जी दे भेटे मिले तो बगैर, गुरु साहब जी दे मिले तो बगैर, पूर्ण गुरु नाल मिले तो बगैर कोई स्वरूप रूपी थां नहीं पा सकता। नानक पूर्व लिखिया कमाए। गुरु अमरदास महाराज जी कथन करते हैं कि मनमुख पुरुष पूर्वले कर्मां दी लिखित अनुसार ही कर्म कमाउंदा है। पौड़ी दे अंदर महाराज जी अगे कथन करते हैं, जिनके चित्त कठोर है से बहे ना सतगुर पास, उथै सच वरतदा कुड़ियारां चित्त उदास। ओए बाल छलकार झत कढ़ दे, फिर जाए बहे कुड़ियारां पास। बिच सच्चे कूड़ न गड्डई, मन भेखो को निर्जास। कुड़ियार कुड़ियारी जाए रले, सच्चियार सिख बैठे सतगुर पास। महाराज जी पौड़ी दे अंदर गुरु रामदास महाराज जी कथन करते हैं, जिनके चित्त कठोर है। महाराज जी कहन लगे, हे भाई, जिन्हां दे चित्त जिन्हां दे हिरदे बहुत कठोर बहुत करड़े हन, ओह से बहे ना सतगुर पास। ओह सतगुरु जी दे पास, सतगुरु जी दे कोल भाव सत संगत विच बैठदे ही नहीं। जिनके चित्त कठोर है से बहे ना सतगुर पास। हे भाई, जिन्हां दे चित्त हिरदे बहुत कठोर करड़े हन, ओह सतगुरु साहिब जी दे पास सतगुरु जी दी सत संगत दे विच बैठदे नहीं हन। उथै सच वरतदा, क्योंकि उथे सत संगत दे विच सच्चा उपदेश वरतदा है। सच उपदेश वरतों विच आउंदा है, भाव सच दा ही वरतारा वरतदा है। कुड़ियारां चित्त उदास, ते कुड़ियारां झूठियां दा चित्त दिल उथे उपराम हो जाता है, उदास हो जाता है कि मैं की करदा फिरदा हाँ, आया की करना हाँ। उथे उदासी फड़ जाता है। वो बल छल कर झत कढ़ दे। जेकर किते भुलेखे नाल संगत विच आ जाण तां बल
ਤੇ ਛਲ ਕਪਟ ਕਰਕੇ ਆਪਣਾ ਸਮਾਂ ਕੱਢਦੇ ਹਨ। ਸੰਗਤ ਦੇ ਵਿੱਚ ਬਿਰਤੀ ਨਹੀਂ ਜੋੜਦੇ, ਬਲ ਬਰੇਫ ਕਰਕੇ ਛਲ ਕਪਟ ਕਰਕੇ ਆਪਣਾ ਸਤ ਸੰਗਤ ਦੇ ਵਿੱਚ ਸਮਾਂ ਕੱਢ ਲੈਂਦੇ ਹਨ। ਫਿਰ ਜਾਏ ਬਹੇ ਕੁੜਿਆਰਾਂ ਪਾਸ, ਸਤ ਸੰਗਤ ਦੇ ਵਿੱਚੋਂ ਉੱਠ ਕੇ ਫਿਰ ਜਾ ਕਰਕੇ ਝੂਠਿਆਂ ਪੁਰਸ਼ਾਂ ਦੇ ਕੋਲ ਹੀ ਬਹਿੰਦੇ ਹਨ, ਕਿਉਂਕਿ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਸੱਚੇ ਪਰਮੇਸ਼ਰ ਦੀ ਸਤ ਸੰਗਤ ਚੰਗੀ ਨਹੀਂ ਲੱਗਦੀ ਤੇ ਝੂਠਿਆਂ ਦੀ ਕੁਸੰਗਤ ਹੀ ਚੰਗੀ ਲੱਗਦੀ ਹੈ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਜਿਹੜੇ ਸੱਚਿਆਂ ਪੁਰਸ਼ਾਂ ਦੇ ਹਿਰਦੇ ਅੰਦਰ ਝੂਠ ਨਹੀਂ ਮਿਲਦਾ, ਜਿਹੜੇ ਸੱਚਿਆਂ ਪੁਰਸ਼ਾਂ ਦੇ ਹਿਰਦੇ ਅੰਦਰ ਝੂਠ ਨਹੀਂ ਗੱਡਈ ਨਹੀਂ ਮਿਲਦਾ, ਸੱਚੇ ਦੀ ਸੰਗਤ ਵਿੱਚ ਬੈਠਣ ਵਾਲਿਆਂ ਦੇ ਚਿੱਤ ਅੰਦਰ ਝੂਠ ਨਹੀਂ ਗੱਡਿਆ ਜਾਂਦਾ। ਮਨ ਵੇਖੋ ਕੋ ਨਿਰਜਾਸ, ਕਿ ਸੱਚੇ ਪੁਰਸ਼ਾਂ ਦੇ ਵਿੱਚ ਝੂਠੇ ਪੁਰਸ਼ ਨਹੀਂ ਮਿਲਦੇ। ਕੋਈ ਮਨ ਕੋਈ ਹਿਰਦੇ ਵਿੱਚ ਵੀ ਨਿਰਜਾਸ ਨਿਰਣਾ ਕਰਕੇ ਵੇਖ ਲਓ ਕਿ ਸੱਚ ਬੋਲਣ ਵਾਲਿਆਂ ਦੇ ਅੰਦਰ ਸੱਚ ਦੀ ਹੀ ਗੱਲ ਹੁੰਦੀ ਹੈ, ਉਹਨਾਂ ਦੇ ਅੰਦਰ ਸੱਚੇ ਪਰਮੇਸ਼ਰ ਦੇ ਨਾਲ ਹੀ ਪਿਆਰ ਹੁੰਦਾ ਹੈ। ਇਹ ਨਿਰਣਾ ਕਰਕੇ ਵੇਖ ਲਓ। ਕੁੜਿਆਰ ਕੁੜਿਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੁੜਿਆਰ ਝੂਠ ਬੋਲਣ ਵਾਲੇ ਪੁਰਸ਼ ਝੂਠ ਬੋਲਣ ਵਾਲਿਆਂ ਵਿੱਚ ਹੀ ਜਾ ਕਰਕੇ ਰਲਦੇ ਹਨ। ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚਿਆਰ ਸੱਚ ਦੀ ਕਮਾਈ ਕਰਨ ਵਾਲੇ ਗੁਰਸਿੱਖ ਜਿਹੜੇ ਹਨ, ਉਹ ਹੀ ਸਤਿਗੁਰੂ ਗੁਰੂ ਸਾਹਿਬ ਜੀ ਦੇ ਪਾਸ, ਗੁਰੂ ਸਾਹਿਬ ਜੀ ਦੀ ਸਤ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਕੁੜਿਆਰਾਂ ਤੇ ਸੱਚਿਆਰਾਂ ਦੀ ਗੁਰਬਾਣੀ ਦੁਆਰਾ ਫਰਕ ਕੱਢਣਾ ਕੀਤਾ ਹੈ ਕਿ ਕਿਤਨਾ ਫਰਕ ਹੈ। ਗੁਰਸਿੱਖ ਗੁਰੂ ਦੀ ਸੰਗਤ ਵਿੱਚ ਬਹਿੰਦੇ ਹਨ ਤੇ ਕੁੜਿਆਰ ਝੂਠ ਬੋਲਣ ਵਾਲੇ ਝੂਠਿਆਂ ਦੀ ਸੰਗਤ ਵਿੱਚ ਬਹਿੰਦੇ ਹਨ। ਤਾਂ ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਸੰਗਤਾਂ ਨੂੰ ਉਪਦੇਸ਼ ਦੇਣਾ ਕੀਤਾ ਹੈ। ਅੱਗੇ 315 ਅੰਗ ਤੇ ਚੌਥੇ ਪਾਤਸ਼ਾਹ ਮਹਾਰਾਜ ਜੀ ਗੁਰੂ ਰਾਮਦਾਸ ਜੀ ਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 5ਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ। ਪ੍ਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਜਿੱਥੇ ਵੀ ਮਹਾਰਾਜ ਜੀ ਉਪਦੇਸ਼ ਦਿੰਦੇ ਸਨ ਪਰਮੇਸ਼ਰ ਦੇ ਮਿਲਣ ਦਾ ਜਾਂ ਜੀਵਨੋਂ ਸ਼ੁਭ ਕਰਮ ਕਰਨ ਦਾ, ਤਾਂ ਕੋਈ ਕਾਰਨ ਹੁੰਦਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਦੋਂ ਪਿਰਥੀਏ ਨੇ ਈਰਖਾ ਵਸ ਹੋ ਕੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ। ਬਾਦਸ਼ਾਹ ਨੇ ਇਸ ਨੂੰ ਇੱਕ ਪਿੰਡ ਸੋਢੀਆਂ ਦੇ ਦਿੱਤਾ। ਇਸ ਨੇ ਸੁਲਹੀ ਖਾਂ ਨੂੰ ਆਪਣਾ ਮਿੱਤਰ ਬਣਾਇਆ। ਪਿਰਥੀਏ ਨੇ ਸੁਲਹੀ ਖਾਂ ਨੂੰ ਆਪਣਾ ਮਿੱਤਰ ਬਣਾਇਆ ਤੇ ਗੁਰੂ ਜੀ ਉੱਪਰ ਚੜ੍ਹਾਈ ਕੀਤੀ। ਜਦੋਂ ਪਹਿਲੀ ਵਾਰ ਹੇਰਾਂ ਤੋਂ ਆਇਆ, ਗੁਰੂ ਜੀ ਨੇ ਪਿਰਥੀਏ ਨੂੰ ਵੱਡਾ ਭਾਈ ਜਾਣ ਕੇ ਕਿਹਾ ਕਿ ਅਸੀਂ ਕੋਈ ਮਾਲਕੀ ਨਹੀਂ ਕਰਦੇ, ਭਾਵੇਂ ਤੂੰ ਆਣ ਕੇ ਰਹੀ ਜਾ ਇੱਥੇ ਜਿਹੜਾ ਪਿੰਡ ਦਿੱਤਾ ਹੈ। ਇਉਂ ਗੁਰੂ ਜੀ ਆਪ ਬਡਾਲੀ ਸਾਹਿਬ ਜਾ ਕੇ ਰਹੇ। ਉਹ ਪਿੰਡ ਪਿਰਥੀਏ ਨੂੰ ਦੇ ਗਏ। ਉੱਥੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਹੈ। 3 ਸਾਲ ਤੋਂ ਬਾਅਦ ਫਿਰ ਸੰਗਤ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਅੰਮ੍ਰਿਤਸਰ ਲੈ ਆਂਦਾ। ਤਾਂ ਉਧਰ ਪਿਰਥੀਏ ਨੇ ਫਿਰ ਸੁਲਹੀ ਖਾਂ ਨੂੰ ਗੁਰੂ ਜੀ ਦੇ ਵਿਰੋਧ ਵਿੱਚ ਚੜ੍ਹਾਈ ਕਰਕੇ ਲਿਆਂਦਾ। ਸੰਗਤਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਸੁਲਹੀ ਖਾਨ ਆ ਰਿਹਾ ਹੈ। ਸਤਿਗੁਰੂ ਜੀ ਧੀਰਜ ਦਿੰਦੇ ਹੋਏ ਕਹਿਣ ਲੱਗੇ ਕਿ ਪਰਮੇਸ਼ਰ ਦੇ ਭਾਣੇ ਵਿੱਚ ਹੀ ਆ ਰਹਿਣਾ ਕਰੋ। ਸੁਲਹੀ ਖਾਂ ਪਹਿਲਾਂ ਪਿਰਥੀਏ ਕੋਲ ਆਇਆ। ਪਿਰਥੀਆ ਇਸ ਨੂੰ ਆਪਣੇ ਲਾਏ ਹੋਏ ਆਵੇ ਦਿਖਾਉਣ ਲੱਗਿਆ ਕਿ ਆਵੇ ਦਿਖਾਉਣ ਲਈ ਲੈ ਗਿਆ ਆਵਿਆਂ ਤੇ।
ਸੁਲਹੀ ਸ਼ਰਾਬ ਨਾਲ ਰੱਜਿਆ ਹੋਇਆ ਜਦੋਂ ਇੱਕਦਮ ਆਵੇ ਉੱਪਰ ਚੜ੍ਹਨ ਲੱਗਿਆ ਤਾਂ ਪੈਰ ਖਿਸਕਣ ਕਰਕੇ ਆਵੇ ਵਿੱਚ ਹੀ ਧੱਸ ਕੇ ਮਰ ਗਿਆ। ਤੇ ਦੂਸਰਾ ਜੋ ਸੁਬਹੀ ਖਾਨ ਸੀ, ਸੁਲਹੀ ਖਾਨ ਸੀ, ਇਹ ਵੀ ਚੰਦੂ ਦੀ ਸਲਾਹ ਨਾਲ ਗੁਰੂ ਜੀ ਨੂੰ ਪਕੜਨ ਵਾਸਤੇ ਆਇਆ ਸੀ। ਗੋਇੰਦਵਾਲ ਦੇ ਮੰਡ ਉੱਪਰ ਇਸ ਦੇ ਨੌਕਰ ਸਾਦਾ ਨੇ ਹੀ ਇਸ ਨੂੰ ਮਾਰ ਦਿੱਤਾ। ਉਸ ਵਕਤ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਮਹਾਰਾਜ ਜੀ ਕਹਿਣ ਲੱਗੇ, ਗੁਰਬਾਣੀ ਦੁਆਰਾ ਉਪਦੇਸ਼ ਦੇਣ ਲੱਗੇ, ਰਹਿੰਦੇ ਖੂਹ ਦੇ ਨਿੰਦਕ ਮਾਰਿਆਂ ਕਰ ਆਪੇ ਆਹਰ, ਕਿ ਇਹ ਭਾਈ ਉਸ ਪਰਮੇਸ਼ਰ ਨੇ ਆਪ ਹੀ ਉਦਮ ਕਰਕੇ ਰਹਿੰਦੇ ਖੂਹ ਦੇ ਬਚਦੇ ਖੁੱਚਦੇ ਨਿੰਦਕ ਨਿੰਦਿਆ ਕਰਨ ਵਾਲਿਆਂ ਨੂੰ ਮਾਰ ਦਿੱਤਾ ਹੈ ਪਰਮੇਸ਼ਰ ਨੇ। ਜਿਹੜੇ ਹੰਕਾਰ ਕਰਕੇ ਖੈਂਦੇ ਰਹਿੰਦੇ ਸੀ, ਭਾਵ ਜਿਨ੍ਹਾਂ ਅੰਦਰ ਹੰਕਾਰ ਦੀ ਖੁਣਕ ਸੀ, ਉਹਨਾਂ ਨਿੰਦਿਆ ਕਰਨ ਵਾਲਿਆਂ ਨੂੰ ਪਰਮੇਸ਼ਰ ਨੇ ਆਪ ਹੀ ਉਦਮ ਕਰਕੇ ਮਾਰ ਦਿੱਤਾ ਹੈ। ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪਣੇ ਸੰਤ ਸਾਤ ਆਤਮਾ ਮਹਾਂਪੁਰਖਾਂ ਦਾ ਹਮੇਸ਼ਾ ਸਹਾਇਕ ਹੈ, ਸਾਰਿਆਂ ਵਿੱਚ ਪ੍ਰਤੱਖ ਰੂਪ ਹੋ ਕੇ ਵਰਤ ਰਿਹਾ ਹੈ। ਮਹੱਲਾ ਪੰਜਵਾ। ਮੁੱਢੋਂ ਭੁੱਲੇ ਮੁੱਢ ਤੇ ਕਿੱਥੇ ਪਾਏ ਨ ਹੱਥ, ਜਿਹੜੇ ਮੁੱਢ ਜਨਮ ਕਾਲ ਤੋਂ ਹੀ ਲੈ ਕੇ ਮੂਲ ਰੂਪ ਪਰਮੇਸ਼ਰ ਨੂੰ ਭੁੱਲ ਗਏ ਹਨ, ਉਹ ਆਪਣੇ ਬਚਾਅ ਵਾਸਤੇ ਕਿੱਥੇ ਹੱਥਾਂ ਨੂੰ ਪਾਉਣਗੇ। ਭਾਵ ਉਹਨਾਂ ਦੇ ਉਹ ਵਰਨ ਵਾਸਤੇ ਬਚਣ ਵਾਸਤੇ ਕੋਈ ਉਪਾਅ ਨਹੀਂ ਹੈ। ਤਿੰਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜਾ ਕਾਰਜਾਂ ਦੇ ਕਰਨ ਵਾਸਤੇ ਸਮਰੱਥ ਸਰਬ ਸ਼ਕਤੀਵਾਨ ਹੈ, ਤਿਸ ਪਰਮੇਸ਼ਰ ਨੇ ਹੀ ਉਹਨਾਂ ਨੂੰ ਮਾਰਨਾ ਕੀਤਾ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਸਮਝਾ ਰਹੇ ਹਨ। ਪੰਜਵੇਂ ਪਾਤਸ਼ਾਹ ਜੀ ਦੀ ਪੌੜੀ ਉਚਾਰਨ ਕਰਦੇ ਹਨ। ਪੌੜੀ ਦੇ ਪਿਛਲੇ ਪਾਸੇ 5 ਅੰਕ ਲਿਖਿਆ ਹੋਇਆ ਹੈ ਕਿ ਪੰਜਵੇਂ ਪਾਤਸ਼ਾਹ ਦੀ ਹੀ ਪੌੜੀ ਹੈ। ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਲੈ ਫਾਹੇ ਰਾਤੀ ਤੁਰਹੇ ਪ੍ਰਭ ਜਾਣੈ ਪ੍ਰਾਣੀ। ਜਿਹੜੇ ਲੋਕ ਫਾਹੇ ਕਮੱਦ ਲੈ ਕਰਕੇ ਰਾਤਾਂ ਨੂੰ ਤੁਰਦੇ ਹਨ, ਉਹਨਾਂ ਪ੍ਰਾਣੀ ਪ੍ਰਾਣ ਧਾਰੀ ਜੀਵਾਂ ਦੇ ਕੀਤੇ ਕਰਮਾਂ ਨੂੰ ਪਰਮੇਸ਼ਰ ਆਪ ਜਾਣਦਾ ਹੈ। ਕਿ ਕਮੱਦ ਉਹ ਰੱਸੀ ਜਿਸ ਨਾਲ ਚੋਰ ਮਕਾਨ ਉੱਪਰ ਚੜ੍ਹਨ ਦਾ ਕੰਮ ਲੈਂਦੇ ਹਨ ਜਾਂ ਮਾਰਨ ਦਾ ਕੰਮ ਲੈਂਦੇ ਹਨ, ਉਸ ਨੂੰ ਕਮੱਦ ਕਿਹਾ ਹੈ। ਜਿਹੜੇ ਲੋਕ ਫਾਹੇ ਲੈਣ ਕਰਕੇ ਕਮੱਦ ਲੈਣ ਕਰਕੇ ਰਾਤਾਂ ਨੂੰ ਤੁਰਦੇ ਹਨ, ਉਹਨਾਂ ਪ੍ਰਾਣੀ ਪ੍ਰਾਣ ਧਾਰੀ ਜੀਵਾਂ ਦੇ ਕੀਤੇ ਕਰਮਾਂ ਨੂੰ ਪਰਮੇਸ਼ਰ ਆਪ ਜਾਣਦਾ ਹੈ। ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਊਬੇ ਜੰਤ, ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਕਿ ਉਹਨਾਂ ਨੂੰ ਪਰਮੇਸ਼ਰ ਆਪ ਹੀ ਮਾਰਦਾ ਹੈ। ਅੱਗੇ ਮਹਾਰਾਜ ਜੀ ਕਥਨ ਕਰਦੇ ਹਨ, ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਬਿਖਮ ਥਾਏ ਮਿੱਠਾ ਮਦ ਮਾਣੀ। ਉਹ ਲੁਕਵੇਂ ਥਾਵਾਂ ਅੰਦਰ ਲੁਕ ਛੁਪ ਕੇ ਪਰਾਈਆਂ ਇਸਤਰੀਆਂ ਮਾਈਆਂ ਨੂੰ ਤੱਕਦੇ ਹਨ। ਪ੍ਰਤੱਖ ਪਰਾਈਆਂ ਇਸਤਰੀਆਂ ਨੂੰ ਖੋਹਣ ਵਾਸਤੇ ਠਾਣੀ ਥਾਵਾਂ ਦੇ ਅੰਦਰ ਲੁਕ ਕਰਕੇ ਉਹਨਾਂ ਦੇ ਰੂਪ ਨੂੰ ਤੱਕਦੇ ਹਨ। ਸੰਨੀ ਦੇਨ ਬਿਖਮ ਥਾਏ ਮਿੱਠਾ ਮਦ ਮਾਣੀ। ਕਿ ਬਿਖਮ ਕਾਠਣ ਥਾਵਾਂ ਚੂਨੇ ਗੱਚ ਮੰਦਰਾਂ ਆਦਿਕਾਂ 'ਚ ਸੰਨੀ ਸੰਨ ਪਾੜ ਲਗਾ ਦਿੰਦੇ ਹਨ ਅਤੇ ਫਿਰ ਉੱਥੇ ਧਨ ਆਦਿਕ ਚੁਰਾ ਕਰਕੇ ਮਿੱਠਾ ਸਵਾਦੀ ਭੋਜਨ ਅਤੇ ਸ਼ਰਾਬ ਆਦਿਕ ਨੂੰ ਮਾਣ ਦੇ ਭਾਵ ਪੀਂਦੇ ਹਨ। ਕਰਮੀ ਆਪੋ ਆਪਣੀ ਆਪੇ ਪਛਤਾਣੀ,
ਉਹ ਆਪਣੀ ਕਰਮਾਂ ਦੀ ਕਰਨੀ ਅਨੁਸਾਰ ਫਲ ਭੋਗਦੇ ਹਨ ਅਤੇ ਅੰਤ ਨੂੰ ਆਪ ਹੀ ਪਛਤਾਉਂਦੇ ਹਨ। ਹੇ ਮਹਾਰਾਜ, ਉਹਨਾਂ ਨੂੰ ਦੰਡ ਕੀ ਮਿਲਦਾ ਹੈ ਜਿਹੜੇ ਇਹੋ ਜਿਹੇ ਕੁਕਰਮ ਕਰਦੇ ਹਨ, ਮਾੜੇ ਕਰਮ ਕਰਦੇ ਹਨ, ਉਹਨਾਂ ਨੂੰ ਕੀ ਫਲ ਮਿਲਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਅਜਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ, ਉਹਨਾਂ ਨੂੰ ਅਜਰਾਈਲ ਫਰੇਸ਼ਤਾ ਮੌਤ ਦਾ ਦੇਵਤਾ ਨਰਕ ਰੂਪੀ ਕੋਹਲੂ ਵਿੱਚ ਇਉਂ ਪੀੜੇਗਾ ਜਿਵੇਂ ਤਿਲ ਪੀੜੇ ਕਹਾਣੀ, ਜਿਵੇਂ ਤੇਲੀ ਤਿਲਾਂ ਦੀ ਕਹਾਣੀ ਨੂੰ ਪੀੜਦਾ ਹੁੰਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਚੋਰ ਜਾਰ ਜੁਆਰ ਪੀੜੇ ਕਹਾਣੀਐ, ਨਿੰਦਕ ਲਾਏ ਤਵਾਰ ਮਿਲੇ ਹੜ ਵਾਣੀਐ, ਕਿ ਉਹਨਾਂ ਨੂੰ ਕਹਾਣੀ ਦੀ ਤਰ੍ਹਾਂ ਪੀੜਿਆ ਜਾਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸਮਝਾਉਣਾ ਕੀਤਾ ਹੈ। ਸਮਾਂ ਹੋ ਚੁੱਕਿਆ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਇੱਕ ਸ਼ਬਦ ਦੀ ਵਿਚਾਰ ਕਰਕੇ ਸਮਾਪਤੀ। ਸ਼ਲੋਕ ਮਹੱਲਾ ਪੰਜਵਾ। ਸੇਵਕ ਸੱਚੇ ਸਾਹ ਕੇ ਸੇਈ ਪ੍ਰਵਾਨ। ਹੇ ਭਾਈ, ਜਿਹੜੇ ਸਤ ਸਰੂਪ ਪਰਮੇਸ਼ਰ ਦੇ ਸਾਹੂਕਾਰ ਸ਼ਾਹ ਹਨ, ਸੇਵਕ ਭਗਤ ਹਨ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਮਾਣਿਕ ਹਨ। ਦੂਜਾ ਸੇਵਨ ਨਾਨਕਾ ਸੇ ਪਚ ਪਚ ਮੂਏ ਅਜਾਣ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਹੜੇ ਪੁਰਸ਼ ਦਵੈਤ ਪਾਉਣ ਵਾਲਿਆਂ ਨੂੰ ਸੇਵਨਾ ਕਰਦੇ ਹਨ, ਜਿਹੜੇ ਹੋਰਨਾਂ ਚੀਜ਼ਾਂ ਦਾ ਸੇਵਨ ਕਰਦੇ ਹਨ, ਸਿਮਰਨ ਕਰਦੇ ਹਨ, ਦੇਵੀ ਦੇਵਤਿਆਂ ਦੀ ਜਾਂ ਮੜੀਆਂ ਮਸਾਣੀਆਂ ਦੀ ਪੂਜਾ ਕਰਦੇ ਹਨ, ਉਹ ਅਗਿਆਤ ਪੁਰਸ਼ ਪਚ ਪਚ ਮੂਏ ਕੇ ਫਸ ਫਸ ਕੇ ਮਰ ਜਾਂਦੇ ਹਨ। ਉਹਨਾਂ ਦੇ ਪੂਜਣ ਦੇ ਵਿੱਚ ਫਸ ਫਸ ਕੇ ਮਰ ਜਾਂਦੇ ਹਨ। ਮਹੱਲਾ ਪੰਜਵਾ। ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ। ਜਿਹੜਾ ਪਰਮੇਸ਼ਰ ਨੇ ਧੁਰੋਂ ਪੂਰਵਲੇ ਕਰਮਾਂ ਅਨੁਸਾਰ ਲੇਖਾ ਲਿਖਣਾ ਕੀਤਾ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ, ਭੋਗਣਾ ਹੀ ਪੈਂਦਾ ਹੈ। ਰਾਮ ਨਾਮ ਧਨ ਵੱਖਰੋ ਨਾਨਕ ਸਦਾ ਧਿਆਏ। ਪਰਮੇਸ਼ਰ ਦਾ ਨਾਮ ਰੂਪੀ ਵੱਖਰੋ ਸੌਦਾ ਧਨਤਾ ਦੇ ਯੋਗ ਹੈ। ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਸੌਦਾ ਹੈ, ਇਹ ਧਨਤਾ ਦੇ ਯੋਗ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਸ ਲਈ ਕਰਮਾਂ ਨੂੰ ਮੇਟਣ ਵਾਸਤੇ ਉਸ ਪਰਮੇਸ਼ਰ ਨੂੰ ਹਮੇਸ਼ਾ ਲਈ ਧਿਆਉਣਾ ਕਰੋ। ਜਿਹੜੇ ਕਰਮ ਲਿਖੇ ਗਏ ਹਨ, ਉਹਨਾਂ ਨੂੰ ਜੇ ਮਿਟਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਪਰਮੇਸ਼ਰ ਨੂੰ ਧਿਆਉਣਾ ਕਰੋ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਨਾਰਾਇਣ ਲਿਆ ਨਾ ਠੂੰਗੜਾ ਪੈਰ ਕਿੱਥੇ ਰੱਖੈ। ਹੇ ਭਾਈ, ਜਿਸ ਨੇ ਨਾਰਾਇਣ ਪਰਮੇਸ਼ਰ ਵੱਲੋਂ ਨਾ ਠੂੰਗੜਾ ਠੱਗਣਾ ਲਿਆ ਹੈ, ਕਿ ਭਾਵ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦਾ, ਬੇਮੁਖ ਹੈ, ਫਿਰ ਉਹ ਪੈਰ ਕਿੱਥੇ ਰੱਖੇਗਾ। ਭਾਵ ਹਰ ਥਾਂ ਹਰ ਜਗ੍ਹਾ ਪਰਮੇਸ਼ਰ ਵਿਆਪਕ ਹੈ ਤੇ ਹਿਸਾਬ ਕਿਤਾਬ ਲੈਣ ਵਾਲਾ ਹੈ, ਫਿਰ ਉਹ ਕਿੱਥੇ ਰਹੇਗਾ। ਨਾਰਾਇਣ ਲਿਆ ਨਾ ਠੋਂਗੜਾ ਪੈਰ ਕਿੱਥੇ ਰੱਖੈ। ਕਿ ਇਹ ਭਾਈ, ਜਿਸ ਨੂੰ ਨਾਰਾਇਣ ਪਰਮੇਸ਼ਰ ਵੱਲੋਂ ਨਾ ਠੂੰਗੜਾ ਠੱਗਣਾ ਲਿਆ ਹੈ, ਕਿ ਜਿਹੜਾ ਠੱਗਣ ਵਾਲਾ ਹੋ ਰਿਹਾ ਹੈ, ਭਾਵ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦਾ, ਬੇਮੁਖ ਹੈ, ਫਿਰ ਉਹ ਪੈਰ ਕਿੱਥੇ ਕਿਸ ਥਾਂ ਤੇ ਰੱਖੇਗਾ। ਭਾਵ ਹਰ ਜਗ੍ਹਾ ਹਰ ਥਾਂ ਪਰਮੇਸ਼ਰ ਵਿਆਪਕ ਹੈ ਤੇ ਹਿਸਾਬ ਕਿਤਾਬ ਵੀ ਪਰਮੇਸ਼ਰ ਨੇ ਹੀ ਲੈਣਾ ਹੈ। ਕਰਦਾ ਪਾਪ ਅਮਿੱਤਿਆ ਨਿਤ ਵਿਸੋ ਚੱਖੈ। ਕਿ ਜਿਹੜਾ ਜੀਵ ਅਮਿੱਤਿਆ ਅਣਗਿਣਤ ਬੇਅੰਤ ਪਾਪ ਦੁਸ਼ਟ ਕਰਮ ਕਰਦਾ ਹੈ ਅਤੇ ਨਿਤਾ ਪ੍ਰਤੀ ਵਿਸ਼ਿਆਂ ਰੂਪੀ ਜ਼ਹਿਰ ਨੂੰ ਚੱਖਦਾ ਹੈ, ਨਿੰਦਾ ਕਰਦਾ ਪਚ ਮੂਆ, ਉਹ ਨਿੰਦਿਆ ਕਰਦਾ ਹੋਇਆ ਪਚ ਮੂਆ ਸੜ ਕੇ ਮਰ ਗਿਆ ਹੈ, ਅਤੇ ਉਸ ਦਾ ਜੀਵ ਆਤਮਾ ਹੋਰਨਾਂ ਦੇਹੀ ਹੋਰਨਾਂ ਸਰੀਰਾਂ ਅੰਦਰ ਜਾ ਕੇ ਵੀ
ਤ੍ਰਿਸ਼ਨਾ, ਕ੍ਰੋਧ, ਈਰਖਾ ਕਾਲ ਦੀ ਅੱਗ ਕਰਕੇ ਭਖਦਾ ਰਹਿੰਦਾ ਹੈ। ਨਿੰਦਾ ਕਰਦਾ ਪਚ ਮੂਆ, ਵਿੱਚ ਦੇਹੀ ਭਖੈ। ਕਿ ਜਿਹੜਾ ਜੀਵ ਅਣਗਿਣਤ ਬੇਅੰਤ ਪਾਪ ਦੁਸ਼ਟ ਕਰਮ ਕਰਦਾ ਹੈ, ਨਿਤ ਨਿਤਾ ਪ੍ਰਤੀ ਵਿਸ਼ਿਆਂ ਰੂਪੀ ਜ਼ਹਿਰ ਨੂੰ ਚਖਦਾ ਹੈ, ਉਹ ਨਿੰਦਿਆ ਕਰਦਾ ਹੋਇਆ ਹੀ ਸੜ ਕੇ ਮਰ ਗਿਆ ਹੈ। ਤੇ ਨਿੰਦਿਆ ਕਰਦਾ ਕਰਦਾ ਜਦੋਂ ਸੜ ਕੇ ਨਿੰਦਿਆ ਦੀ ਅੱਗ ਵਿੱਚ ਮਰ ਗਿਆ, ਉਸ ਦਾ ਜੀਵ ਆਤਮਾ ਹੋਰਨਾਂ ਦੇਹੀ, ਹੋਰਨਾਂ ਸਰੀਰਾਂ ਦੇ ਅੰਦਰ ਜਾ ਕੇ ਵੀ ਤ੍ਰਿਸ਼ਨਾ, ਈਰਖਾ, ਕ੍ਰੋਧ ਕਾਲ ਦੀ ਅੱਗ ਕਰਕੇ ਭਖਦਾ ਰਹਿੰਦਾ ਹੈ। ਜੈਸਾ ਕਿ ਮਾਤਾ ਦੇ ਗਰਭ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ, ਉਹ 84 ਲੱਖ ਜੂਨੀਆਂ ਦੀਆਂ ਦੇਹਾਂ ਵਿੱਚ ਆਉਂਦਾ ਤੇ ਕਾਲ ਉਸ ਨੂੰ ਭਖਣ ਕਰਦਾ ਰਹਿੰਦਾ ਹੈ। ਸੱਚਾ ਸਾਹਿਬ ਮਾਰਿਆ, ਕੌਣ ਤਿਸਨੋ ਰੱਖੈ। ਇਸ ਪ੍ਰਕਾਰ ਦੇ ਨੂੰ ਸਤ ਸਰੂਪ ਅਕਾਲ ਪੁਰਖ ਮਾਲਕ ਨੇ ਮਾਰਨਾ ਕੀਤਾ ਹੈ। ਫਿਰ ਜਦੋਂ ਪਰਮੇਸ਼ਰ ਵੱਲੋਂ ਮਾਰਿਆ ਗਿਆ ਤਾਂ ਹੁਣ ਉਸ ਨੂੰ ਕੌਣ ਕਿਹੜਾ ਰੱਖਣਾ ਕਰੇਗਾ, ਕਿਹੜਾ ਉਸ ਦੇ ਕਰਮਾਂ ਦਾ ਫਲ ਦੇਵੇਗਾ। ਨਾਨਕ ਤਿਸ ਸਰਣਾਗਤੀ, ਜੋ ਪੁਰਖ ਅਲਖ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਉਸ ਪਰਮੇਸ਼ਰ ਦੀ ਸ਼ਰਣਾਗਤੀ ਸਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ, ਜਿਹੜਾ ਲੱਖਣਾਂ ਤੋਂ ਰਹਿਤ ਪੂਰਨ ਵਿਆਪਕ ਪਰਮੇਸ਼ਰ ਹੈ। ਮਹਾਰਾਜ ਜੀ ਕਹਿਣ ਲੱਗੇ ਅਸੀਂ ਉਸ ਪਰਮੇਸ਼ਰ ਦੀ ਸਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਇਸ ਸੰਸਾਰੀ ਜੀਵਾਂ ਦੀ ਜੋ ਦਸ਼ਾ ਹੈ ਉਸ ਬਾਰੇ ਸਮਝਾਉਣਾ ਕੀਤਾ ਹੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸੰਸਾਰੀ ਜੀਵਾਂ ਨੂੰ ਸਮਝਾ ਰਹੇ ਹਨ, ਪਰ ਇਸ ਜੀਵ ਦੇ ਕਰਮਾਂ ਦਾ ਜੋ ਫਲ ਹੈ ਉਸ ਨੂੰ ਭੁਗਤਣਾ ਪੈਂਦਾ ਹੈ। ਇੱਕੋ ਹੀ ਉਪਾਅ ਹੈ, ਜੇ ਉਸ ਪਰਮੇਸ਼ਰ ਦੇ ਨਾਮ ਦਾ ਜਾਪ ਜਪਿਆ ਜਾਵੇ, ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾਵੇ, ਤਾਂ ਇਹ ਮੱਥੇ ਦੇ ਲੇਖ ਜਿਹੜੇ ਹਨ ਉਹ ਮਿਟ ਜਾਂਦੇ ਹਨ। ਮਹਾਰਾਜ ਜੀ ਨੇ ਇਸ ਜੀਵਾਂ ਨੂੰ ਸਮਝਾਉਣਾ ਕੀਤਾ ਹੈ, ਜੇ ਮਾੜੇ ਕਰਮ ਲਿਖੇ ਹੋਏ ਮਿਟਾਉਣੇ ਹਨ ਤਾਂ ਪਰਮੇਸ਼ਰ ਦਾ ਨਾਮ ਜਪੋ, ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰੋ। ਹੋਈਆਂ ਭੁੱਲਾਂ ਦੀ ਖਿਮਾ ਸਮਾਂ ਹੋ ਚੁੱਕਿਆ ਹੈ। ਆਓ 6 ਪੌੜੀਆਂ ਆਨੰਦ